Hello students, how are you all? I hope you all are fine. I am Sharandeep Kaur, chemistry lecturer from Shaheed Jagsir Singh School of Eminence, Boha, district Mansa. Today I am going to represent a difficult topic in front of you from the chapter alcohol, phenol and ether. ਬੇਟਾ ਆਪਾਂ ਨੂੰ ਇਸ ਚੈਪਟਰ ਦੇ ਵਿੱਚੋਂ ਇੱਕ ਟੌਪਿਕ ਹੈ ਜੋ ਆਪਾਂ ਨੂੰ ਕਾਫੀ ਡਿਫਿਕਲਟ ਲੱਗਦਾ ਹੈ, ਜੋ ਕਿ ਹੈ ਡਿਸਟਿੰਗੁਇਸ਼ਿੰਗ ਬਿਟਵੀਨ ਪ੍ਰਾਇਮਰੀ ਸੈਕੰਡਰੀ ਐਂਡ ਟਰਸ਼ਰੀ ਅਲਕੋਹਲ। ਪ੍ਰਾਇਮਰੀ ਅਲਕੋਹਲ, ਸੈਕੰਡਰੀ ਅਲਕੋਹਲ ਐਂਡ ਟਰਸ਼ਰੀ ਅਲਕੋਹਲ ਕੀ ਹੁੰਦੇ ਨੇ ਅਤੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਅਗਰ ਆਪਾਂ ਨੂੰ ਕੋਈ ਸੋਲਿਊਸ਼ਨ ਦੇਤਾ, ਆਪਾਂ ਨੂੰ ਐਵੇਂ ਪਤਾ ਕਰਨਾ ਹੈ ਕਿ ਪ੍ਰਾਇਮਰੀ ਅਲਕੋਹਲ ਹੈ, ਸੈਕੰਡਰੀ ਹੈ, ਟਰਸ਼ਰੀ ਹੈ, ਆਪਾਂ ਕਿਸ ਤਰੀਕੇ ਨਾਲ ਪਤਾ ਕਰ ਸਕਦੇ ਹਾਂ। ਤਾਂ ਉਹ ਟੈਸਟ ਨੇ ਜੋ ਉਹ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਕਰਨੇ ਨੇ। ਜੋ ਮੇਨ ਆਪਣਾ ਫੋਕਸ ਰਹੇਗਾ ਉਹ ਹੈਗਾ ਵਿਕਟਰ ਮੇਅਰ ਟੈਸਟ 'ਤੇ, ਬਿਕੋਜ਼ ਅਗਰ ਆਪਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਦੇਖੀਏ ਜਾਂ ਫਿਰ ਆਪਾਂ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਦੇਖੀਏ ਤਾਂ ਵਿਕਟਰ ਮੇਅਰ ਟੈਸਟ ਦੇ ਰਿਲੇਟਡ ਕਾਫੀ ਕੁਐਸਚਨਸ ਪੁੱਛੇ ਜਾਂਦੇ ਆ। ਮੋਸਟ ਪ੍ਰੋਬੈਬਲੀ ਇਹਦੇ ਵਿੱਚੋਂ ਕੁਐਸਚਨ ਬੋਰਡ ਐਗਜ਼ਾਮਸ ਦੇ ਵਿੱਚ ਵੀ ਐਂਡ ਆਪਣੀ ਕੰਪੀਟੀਟਿਵਸ ਦੇ ਵਿੱਚ ਵੀ ਆ ਹੀ ਜਾਂਦਾ। ਸੋ ਲੈਟਸ ਸਟਾਰਟ ਆਰ ਲੈਕਚਰ। ਫਸਟਲੀ ਬੇਟਾ ਆਪਾਂ ਕਰਾਂਗੇ ਕਿ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲਸ ਕੀ ਹੁੰਦੀਆਂ ਨੇ, ਦੈਨ ਫਿਰ ਆਪਾਂ ਉਹਨਾਂ ਨੂੰ ਡਿਸਟਿੰਗੁਇਸ਼ ਕਰਨ ਦੇ ਵੇਜ਼ ਦੇਖਾਂਗੇ। ਫਸਟਲੀ ਕੀ ਹੈ, ਜੋ ਆਪਣੇ ਕੋਲ ਪ੍ਰਾਇਮਰੀ ਅਲਕੋਹਲ ਹੈ ਬੇਟਾ, ਇਹ ਕੀ ਹੁੰਦੀ ਹੈ? ਪ੍ਰਾਇਮਰੀ ਅਲਕੋਹਲ ਆਪਣੇ ਕੋਲੇ ਉਹ ਅਲਕੋਹਲ ਹੈ ਜਿਹਦੇ ਵਿੱਚ ਇੱਕ ਹਾਈਡਰੋਕਸੀ ਗਰੁੱਪ ਤਾਂ ਲੱਗਿਆ ਹੁੰਦਾ। ਆਪਾਂ ਨੂੰ ਪਤਾ ਹੈ ਕਿ ਅਗਰ ਅਲਕੋਹਲ ਹੈ, ਅਲਕੋਹਲ ਦੇ ਲਈ ਤਾਂ ਆਪਾਂ ਨੂੰ ਹਾਈਡਰੋਕਸੀ ਗਰੁੱਪ ਚਾਹੀਦਾ ਹੀ ਹੈ, OH ਗਰੁੱਪ ਤਾਂ ਚਾਹੀਦਾ ਹੀ ਹੈ। OH ਗਰੁੱਪ ਕਿਹੜੀ ਕਾਰਬਨ ਦੇ ਨਾਲ ਬੌਂਡਡ ਹੋਏਗਾ? ਜਿਹੜੀ ਕਾਰਬਨ ਪ੍ਰਾਇਮਰੀ ਕਾਰਬਨ ਹੋਏਗੀ। ਹੁਣ ਪ੍ਰਾਇਮਰੀ ਕਾਰਬਨ ਕਿਹੜੀ ਹੁੰਦੀ ਹੈ? ਦੇਖੋ ਆਪਣੇ ਕੋਲੇ ਕਾਰਬਨ ਹੈ, ਕਾਰਬਨ ਅੱਗੇ ਕਿੰਨੀਆਂ ਵੀ ਕਾਰਬਨਸ ਦੇ ਨਾਲ ਬੌਂਡ ਬਣਾ ਸਕਦੀ ਹੈ, ਆਪਾਂ ਨੂੰ ਪਤਾ ਹੈ ਨਾ। ਕੈਟੀਨੇਸ਼ਨ ਪਾਵਰ ਹੈ ਜੋ ਕਾਰਬਨ ਦੀ ਉਹ ਕਾਫੀ ਜ਼ਿਆਦਾ ਹੁੰਦੀ ਹੈ, ਤਾਂ ਕਾਰਬਨ ਕਿੰਨੀਆਂ ਵੀ ਕਾਰਬਨਸ ਦੇ ਨਾਲ ਅੱਗੇ ਅੱਗੇ ਲਿੰਕ ਕਰ ਕਰਕੇ ਕਿੰਨੀ ਮਰਜ਼ੀ ਵੱਡੀ ਚੇਨ ਬਣਾ ਸਕਦੀ ਹੈ। ਹੁਣ ਇੱਕ ਕਾਰਬਨ ਹੈ ਜਿਹਦੇ ਨਾਲ ਲੱਗਿਆ ਹੋਇਆ OH ਗਰੁੱਪ। ਅਗਰ ਇਹ ਵਾਲੀ ਕਾਰਬਨ, ਉਹ ਵਾਲੀ ਕਾਰਬਨ ਜਿਹਦੇ ਨਾਲ OH ਗਰੁੱਪ ਲੱਗਿਆ ਹੋਇਆ ਹੈ, ਉਹ ਅੱਗੇ ਡਾਇਰੈਕਟਲੀ ਸਿਰਫ ਇੱਕ ਕਾਰਬਨ ਦੇ ਨਾਲ ਹੀ ਅਟੈਚਡ ਹੈ। ਓਬਵੀਅਸਲੀ ਇੱਥੇ ਆਪਣੇ ਕੋਲ ਹਾਈਡਰੋਜਨਸ ਵੀ ਲੱਗੀਆਂ ਹੋਣਗੀਆਂ, ਬਟ ਅਗਰ ਡਾਇਰੈਕਟਲੀ ਸਿਰਫ ਇੱਕੋ ਹੀ ਕਾਰਬਨ ਦੇ ਨਾਲ ਅਟੈਚਡ ਹੈ, ਹੋਰ ਕੋਈ ਕਾਰਬਨ ਉਹਦੇ ਨਾਲ ਨਹੀਂ ਲੱਗੀ ਹੋਈ, ਤਾਂ ਉਹ ਕਿਹੜੀ ਹੋਏਗੀ ਆਪਣੇ ਕੋਲੇ? ਪ੍ਰਾਇਮਰੀ ਕਾਰਬਨ। ਠੀਕ ਹੈ। ਹੁਣ ਇੱਥੇ ਇਹਨੇ ਬੌਂਡ ਇਸ ਕਾਰਬਨ ਦੇ ਨਾਲ ਡਾਇਰੈਕਟ ਬਣਾਇਆ ਹੋਇਆ ਹੈ। ਚਾਹੇ ਇਸ ਮੋਲੀਕਿਊਲ ਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਕਾਰਬਨਸ ਹੈਗੇ ਨੇ, ਬਟ ਡਾਇਰੈਕਟ ਬੌਂਡ ਤਾਂ ਆਪਣੇ ਕੋਲ ਜੋ ਫਸਟ ਕਾਰਬਨ ਹੈ ਉਹਦਾ ਜਸਟ ਸੈਕਿੰਡ ਕਾਰਬਨ ਨਾਲ ਹੀ ਬਣਿਆ। ਹੋਰ ਕੋਈ ਤਾਂ ਕਾਰਬਨ ਆਪਣੇ ਕੋਲ ਹੈ ਨਹੀਂ ਜਿਹਦੇ ਨਾਲ ਆਪਣੇ ਕੋਲੇ ਬੌਂਡ ਹੈ ਜਿਹੜਾ ਬਣਿਆ ਹੋਇਆ ਹੋਵੇ। ਦੈਟਸ ਵਾਈ ਜਿਹੜੀ ਆਪਣੇ ਕੋਲੇ ਪ੍ਰਾਇਮਰੀ ਕਾਰਬਨ ਹੈ ਉਹ ਕਿਹੜੀ ਕਾਰਬਨ ਹੈ? ਜਿਹਦੇ ਨਾਲ ਕੋਈ ਫੰਕਸ਼ਨਲ ਗਰੁੱਪ ਲੱਗਿਆ ਹੋਇਆ। ਇੱਥੇ ਫੰਕਸ਼ਨਲ ਗਰੁੱਪ ਕਿਹੜਾ ਹੈ? OH ਗਰੁੱਪ ਹੈ ਜੋ ਜਿਹੜੀ ਕਾਰਬਨ ਨਾਲ OH ਗਰੁੱਪ ਲੱਗਿਆ ਹੋਇਆ ਹੈ, ਉਹ ਕਾਰਬਨ ਸਿਰਫ ਇੱਕ ਕਾਰਬਨ ਦੇ ਨਾਲ ਹੀ ਡਾਇਰੈਕਟ ਬੌਂਡ ਬਣਾਏਗੀ। ਉਸ ਕਾਰਬਨ ਨੂੰ ਆਪਾਂ ਕੀ ਬੋਲਦੇ ਹਾਂ? ਪ੍ਰਾਇਮਰੀ ਕਾਰਬਨ। ਅਗਰ ਆਪਣੀ ਫਸਟ ਨੰਬਰ ਕਾਰਬਨ ਨੇ ਜ਼ਿਆਦਾ ਕਾਰਬਨਸ ਦੇ ਨਾਲ ਬੌਂਡ ਬਣਾਏ ਹੋਣ, ਫॉर ਐਗਜ਼ਾਮਪਲ OH ਹੈ, OH ਜਿਹੜੀ ਕਾਰਬਨ ਦੇ ਨਾਲ ਲੱਗਿਆ ਉਹਨੇ ਅੱਗੇ ਦੋ ਕਾਰਬਨਸ ਦੇ ਨਾਲ ਬੌਂਡ ਬਣਾ ਰੱਖਿਆ, ਦੈਨ ਆਪਾਂ ਇਹ ਵਾਲੀ ਫਸਟ ਕਾਰਬਨ ਨੂੰ ਕੀ ਮੰਨਾਂਗੇ? ਸੈਕੰਡਰੀ ਕਾਰਬਨ। ਅਗਰ ਇਹਨੇ ਤਿੰਨ ਕਾਰਬਨਸ ਦੇ ਨਾਲ ਬੌਂਡ ਬਣਾਏ ਹੋਣਗੇ ਤਾਂ ਆਪਾਂ ਇਹਨੂੰ ਕੀ ਮੰਨਾਂਗੇ? ਟਰਸ਼ਰੀ ਕਾਰਬਨ। ਆਪਾਂ ਇਹਦੀਆਂ ਐਗਜ਼ਾਮਪਲਸ ਵੀ ਕਰਨੀਆਂ ਨੇ। ਤਾਂ ਆਪਣੇ ਕੋਲੇ ਕੀ ਹੈ, ਜਦੋਂ ਪ੍ਰਾਇਮਰੀ ਅਲਕੋਹਲ ਕੀ ਹੁੰਦੀ ਹੈ? ਉਹ ਅਲਕੋਹਲ ਜਿਹਦੇ ਵਿੱਚ ਜੋ ਹਾਈਡਰੋਕਸੀ ਗਰੁੱਪ ਹੈ ਉਹ ਕਿਹਦੇ ਨਾਲ ਬੌਂਡਡ ਹੁੰਦਾ ਹੈ? ਪ੍ਰਾਇਮਰੀ ਕਾਰਬਨ ਐਟਮ ਦੇ ਨਾਲ। ਮਤਲਬ ਕੀ ਹੈ ਕਿ ਇਸ ਮੋਲੀਕਿਊਲ ਦੇ ਵਿੱਚ CH2OH ਗਰੁੱਪ ਲੱਗਿਆ ਹੋਣਾ ਜ਼ਰੂਰੀ ਹੈ। ਜਿਵੇਂ ਆਪਾਂ ਅਗਰ ਐਗਜ਼ਾਮਪਲ ਕਰੀਏ, ਆਪਣੇ ਕੋਲ ਇਹ ਐਗਜ਼ਾਮਪਲਸ ਨੇ, ਠੀਕ ਹੈ, 3 ਐਗਜ਼ਾਮਪਲਸ ਆਪਾਂ ਲਈਆਂ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ ਦੀਆਂ। ਇਹਦੇ ਵਿੱਚ ਅਗਰ ਆਪਾਂ ਪ੍ਰਾਇਮਰੀ ਅਲਕੋਹਲ ਦੇਖਦੇ ਹਾਂ ਤਾਂ ਇਹਦੇ ਵਿੱਚ ਆਪਣੇ ਕੋਲ ਇੱਕ ਕਾਰਬਨ ਹੈ। ਇਸ ਕਾਰਬਨ ਦੇ ਨਾਲ ਦੋ ਕਾਰਬਨਸ ਵੈਸੇ ਤਾਂ ਅਟੈਚ ਨੇ, ਬਟ ਡਾਇਰੈਕਟ ਬੌਂਡ ਇਹਦਾ ਕਿਹਦੇ ਨਾਲ ਹੈ? ਜਸਟ ਇੱਕ ਕਾਰਬਨ ਦੇ ਨਾਲ। ਦੈਟਸ ਵਾਈ ਇਹ ਵਾਲੀ ਕਾਰਬਨ ਆਪਣੇ ਕੋਲ ਪ੍ਰਾਇਮਰੀ ਕਾਰਬਨ ਹੋਗੀ ਜਿਹਦੇ ਨਾਲ OH ਲੱਗਿਆ, ਤਾਂ ਇਸ ਅਲਕੋਹਲ ਨੂੰ ਵੀ ਆਪਾਂ ਕੀ ਬੋਲਾਂਗੇ? ਪ੍ਰਾਇਮਰੀ ਅਲਕੋਹਲ। ਸੈਕਿੰਡ ਦੇ ਵਿੱਚ ਦੇਖੋ, ਜਿਹੜੀ ਕਾਰਬਨ ਦੇ ਨਾਲ OH ਗਰੁੱਪ ਅਟੈਚਡ ਹੈ, ਉਸ ਕਾਰਬਨ ਨੇ ਦੋ ਕਾਰਬਨ ਦੇ ਨਾਲ ਡਾਇਰੈਕਟ ਬੌਂਡ ਬਣਾ ਰੱਖੇ ਨੇ, ਤਾਂ ਇਹ ਆਪਣੇ ਕੋਲੇ ਕਿਹੜੀ ਹੈ? ਸੈਕੰਡਰੀ ਅਲਕੋਹਲ। ਥਰਡ ਦੇ ਵਿੱਚ ਜਿਹੜੀ ਕਾਰਬਨ ਦੇ ਨਾਲ OH ਲੱਗਿਆ ਹੋਇਆ ਹੈ, ਉਸ ਕਾਰਬਨ ਨੇ ਤਿੰਨ ਕਾਰਬਨਸ ਦੇ ਨਾਲ ਬੌਂਡ ਬਣਾ ਰੱਖੇ ਨੇ। ਦੈਟਸ ਵਾਈ ਇਹ ਵਾਲੀ ਆਪਣੇ ਕੋਲੇ ਕਿਹੜੀ ਅਲਕੋਹਲ ਹੋਗੀ? ਟਰਸ਼ਰੀ ਅਲਕੋਹਲ। ਕਲੀਅਰ ਹੈ। ਹੁਣ
ਹੁਣ ਜੋ ਆਪਾਂ ਨੂੰ ਕਿਹਾ ਹੋਇਆ ਕਿ ਜੋ ਪ੍ਰਾਇਮਰੀ ਅਲਕੋਹਲ ਹੈ ਉਹਦੇ ਵਿੱਚ CH2OH ਗਰੁੱਪ ਹੋਣਾ ਜ਼ਰੂਰੀ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਬੇਟਾ ਇਹ ਹੈ ਕਿ ਆਪਣੇ ਕੋਲ ਜੋ ਪ੍ਰਾਇਮਰੀ ਅਲਕੋਹਲ ਹੈ, ਪ੍ਰਾਇਮਰੀ ਅਲਕੋਹਲ ਦੇ ਵਿੱਚ ਕਾਰਬਨ ਦੇ ਨਾਲ 2 ਹਾਈਡਰੋਜਨਸ ਲੱਗੀਆਂ ਹੋਣਗੀਆਂ, ਫਿਰ ਹੀ ਆਪਣੇ ਕੋਲੇ ਜਸਟ ਇੱਕ ਕਾਰਬਨ ਦੇ ਨਾਲ ਅਟੈਚਡ ਹੈ। ਅਗਰ ਇੱਕ ਕਾਰਬਨ ਦੇ ਨਾਲ ਹੋਰ ਅਟੈਚਡ ਹੋ ਗਿਆ ਫਿਰ ਤਾਂ ਆਪਣੇ ਕੋਲੇ ਇੱਕੋ ਹੀ ਹਾਈਡਰੋਜਨ ਰਹਿ ਜਾਏਗੀ। ਕਾਰਬਨ ਨੇ ਤਾਂ 4 ਹੀ ਬੌਂਡ ਬਣਾਉਣੇ ਹੈ, ਇੱਕ ਬੌਂਡ ਇਹਦਾ ਫਿਕਸ ਹੈ ਕਿਹਦੇ ਨਾਲ? OH ਨਾਲ। ਪ੍ਰਾਇਮਰੀ ਕਰਕੇ ਇੱਕ ਬੌਂਡ ਇਹਦਾ ਫਿਕਸ ਹੈ ਕਿਹਦੇ ਨਾਲ? ਕਾਰਬਨ ਨਾਲ। ਬਾਕੀ 2 ਬਚੇ, 2 ਕੀ ਲੱਗਣਗੇ? ਓਬਵੀਅਸਲੀ ਹਾਈਡਰੋਜਨਸ, ਕਿਉਂਕਿ ਆਪਾਂ ਨਾ ਤਾਂ ਹੋਰ ਕੋਈ ਫੰਕਸ਼ਨਲ ਗਰੁੱਪ ਲਗਾ ਸਕਦੇ ਹਾਂ, ਨਾ ਹੀ ਕੋਈ ਕਾਰਬਨ ਜਾਂ ਐਲਕਾਈਲ ਗਰੁੱਪ ਲਗਾ ਸਕਦੇ ਹਾਂ। ਕਲੀਅਰ ਹੈ? ਤਾਂ CH2OH ਗਰੁੱਪ ਹੈ ਜੋ ਉਹ ਮਸਟ ਹੈ ਕਿਹਦੇ ਲਈ? ਪ੍ਰਾਇਮਰੀ ਅਲਕੋਹਲ ਦੇ ਲਈ। ਬਾਕੀ ਜੋ ਇੱਕ ਰਹਿ ਗਿਆ ਉਹਦੀ ਜਗ੍ਹਾ ਤੇ ਕੀ ਲੱਗਿਆ ਹੋਏਗਾ? ਕੋਈ ਵੀ ਐਲਕਾਈਲ ਗਰੁੱਪ। ਕਲੀਅਰ ਹੈ? ਅੱਗੇ ਬੇਟਾ ਜੋ ਆਪਣੇ ਕੋਲ ਸੈਕੰਡਰੀ ਅਲਕੋਹਲ ਦੀ ਮਸਟ ਕੰਡੀਸ਼ਨ ਹੈ ਉਹ ਆਪਾਂ ਨੂੰ ਦੇਖੋ ਕੀ ਦੱਸੀ ਹੋਈ ਹੈ। ਕੀ ਦੱਸੀ ਹੋਈ ਹੈ? ਦੇਖੋ CHROH ਹੈ ਨਾ, ਤਾਂ ਆਪਣੇ ਕੋਲੇ ਕੀ ਹੈ? CHROH ਮਤਲਬ ਇੱਕ ਕਾਰਬਨ ਹੈ, ਇੱਕ OH ਤਾਂ ਲੱਗਿਆ ਹੀ ਹੋਏਗਾ ਇਹਦੇ ਨਾਲ, ਦੂਸਰਾ ਇੱਕ ਹਾਈਡਰੋਜਨ ਵੀ ਲੱਗਿਆ ਹੋਏਗਾ, ਇੱਕ R ਗਰੁੱਪ ਲੱਗਿਆ ਹੋਏਗਾ। ਜੋ ਦੂਸਰਾ ਆਪਣਾ ਰਹਿ ਗਿਆ ਉਹ ਵੀ ਆਪਣੇ ਕੋਲੇ ਕੀ ਹੋਏਗਾ? ਇੱਕ ਐਲਕਾਈਲ ਗਰੁੱਪ ਹੋਏਗਾ। ਠੀਕ ਹੈ। ਐਂਡ ਜੋ ਟਰਸ਼ਰੀ ਅਲਕੋਹਲ ਹੈ, ਟਰਸ਼ਰੀ ਅਲਕੋਹਲ ਦੇ ਲਈ 2 ਤਾਂ R ਗਰੁੱਪਸ ਚਾਹੀਦੇ ਨੇ, ਇੱਕ OH ਚਾਹੀਦਾ, ਐਂਡ ਥਰਡ ਵੀ ਆਪਾਂ ਨੂੰ ਕੀ ਚਾਹੀਦਾ? ਇੱਕ R ਗਰੁੱਪ ਜਾਂ ਐਲਕਾਈਲ ਗਰੁੱਪ ਆਪਾਂ ਨੂੰ ਚਾਹੀਦਾ। ਕਲੀਅਰ ਹੈ ਬੇਟਾ? ਇਸ ਤੋਂ ਬਾਅਦ ਦੇ ਵਿੱਚ ਆਪਣੇ ਕੋਲੇ ਕੀ ਹੈ ਕਿ ਇਹ ਆਪਣੇ ਕੋਲੇ ਐਗਜ਼ਾਮਪਲਸ ਜੋ ਦਿਖਾਈਆਂ ਹੋਈਆਂ ਉਹ ਐਗਜ਼ਾਮਪਲਸ ਕੀ ਨੇ? ਜੋ ਆਪਾਂ ਜਨਰਲੀ ਰਹੀਆਂ ਨੇ। ਇੱਥੇ ਮੈਂ R ਗਰੁੱਪਸ ਦੇ ਨਾਲ ਤੁਹਾਨੂੰ ਸ਼ੋ ਕਰਕੇ ਦਿਖਾਤਾ ਕਿ ਜ਼ਰੂਰੀ ਨਹੀਂ ਹੈ ਕਿ CH2 CH3 ਹੀ ਲੱਗਿਆ ਹੋਏਗਾ, ਇਥਾਈਲ ਜਾਂ ਮਿਥਾਈਲ ਗਰੁੱਪ ਹੀ ਲੱਗਿਆ ਹੋਏਗਾ। ਕੋਈ ਵੀ ਅਲਕਾਈਲ ਚੇਨ ਇੱਥੇ ਲੱਗੀ ਹੋ ਸਕਦੀ ਹੈ। R ਗਰੁੱਪ ਕੀ ਹੁੰਦਾ? ਐਲਕਾਈਲ ਗਰੁੱਪ। ਤਾਂ ਕੋਈ ਵੀ ਅਲਕਾਈਲ ਗਰੁੱਪ ਇੱਥੇ ਲੱਗਿਆ ਹੋ ਸਕਦਾ ਹੈ। ਬਸ ਆਪਾਂ ਇਹ ਯਾਦ ਰੱਖਣਾ ਹੈ ਕਿ OH ਦੇ ਨਾਲ, OH ਜਿਹੜੀ ਕਾਰਬਨ ਦੇ ਨਾਲ ਅਟੈਚਡ ਹੈ ਉਹ ਅਗਰ ਜਸਟ ਇੱਕ ਕਾਰਬਨ ਦੇ ਨਾਲ ਡਾਇਰੈਕਟ ਬੌਂਡ ਬਣਾ ਰਹੀ ਹੈ ਦੈਨ ਉਸ ਕਾਰਬਨ ਨੂੰ ਆਪਾਂ ਕੀ ਬੋਲਦੇ ਹਾਂ? ਪ੍ਰਾਇਮਰੀ ਕਾਰਬਨ। ਅਗਰ ਉਹਨੇ 2 ਦੇ ਨਾਲ ਬਣਾ ਰੱਖਿਆ ਉਹ ਕੀ ਹੁੰਦਾ? ਸੈਕੰਡਰੀ ਕਾਰਬਨ। ਐਂਡ ਅਗਰ 3 ਦੇ ਨਾਲ ਬਣਾ ਰੱਖਿਆ, 3 ਅਲਕਾਈਲ ਗਰੁੱਪਸ ਦੇ ਨਾਲ ਉਸ ਕਾਰਬਨ ਨੇ ਬੌਂਡ ਬਣਾ ਰੱਖਿਆ, ਦੈਨ ਉਹ ਕੀ ਆਪਣੇ ਕੋਲੇ? ਟਰਸ਼ਰੀ ਕਾਰਬਨ। ਐਂਡ ਦੈਨ ਮੋਲੀਕਿਊਲਸ ਕੀ ਬਣ ਜਾਣਗੇ ਇਸ ਅਕੋਰਡਿੰਗ? ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ। ਆਈ ਹੋਪ ਤੁਹਾਨੂੰ ਹੁਣ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੋਏਗੀ। ਨੈਕਸਟ ਜੋ ਆਪਾਂ ਕਰਨਾ ਹੈ ਬੇਟਾ, ਦੇਖੋ ਨੈਕਸਟ ਆਪਾਂ ਕੀ ਕਰਨਾ ਹੈ? ਆਪਾਂ ਮੈਥਡਸ ਕਰਨੇ ਨੇ ਫॉर ਦੀ ਡਿਸਟਿੰਗੁਇਸ਼ਿੰਗ ਆਫ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ। ਹੁਣ ਕਿਹੜੇ ਮੈਥਡਸ ਨੇ ਜਿਹਦੇ ਨਾਲ ਆਪਾਂ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ ਨੂੰ ਅਲੱਗ-ਅਲੱਗ ਦਿਖਾ ਸਕਦੇ ਹਾਂ? ਤਾਂ ਇਹਦੇ ਲਈ ਬੇਟਾ ਆਪਣੀ ਜੋ ਬੁੱਕ ਹੈ ਉਹਦੇ ਵਿੱਚ 4 ਮੈਥਡਸ ਦਿੱਤੇ ਹੋਏ ਨੇ। ਫਸਟ ਕੀ ਹੈ? ਆਕਸੀਡੇਸ਼ਨ ਆਫ ਐਲਕੋਹਲ। ਜਦੋਂ ਆਪਾਂ ਐਲਕੋਹਲਸ ਦੀ ਆਕਸੀਡੇਸ਼ਨ ਕਰਦੇ ਹਾਂ ਤਾਂ ਉਦੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਕਿਵੇਂ ਪ੍ਰਾਇਮਰੀ ਅਲਕੋਹਲ ਅਲੱਗ ਤਰੀਕੇ ਨਾਲ ਰਿਐਕਟ ਕਰਦਾ ਹੈ, ਸੈਕੰਡਰੀ ਅਲਕੋਹਲ ਅਲੱਗ ਤਰੀਕੇ ਨਾਲ ਰਿਐਕਟ ਕਰੇਗਾ, ਐਂਡ ਟਰਸ਼ਰੀ ਅਲੱਗ ਤਰੀਕੇ ਨਾਲ ਰਿਐਕਟ ਕਰੇਗਾ। ਸੇਮ ਜਦੋਂ ਆਪਾਂ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲਸ ਦੀ ਰਿਐਕਸ਼ਨ ਕਰਵਾਵਾਂਗੇ ਹੌਟ ਕਾਪਰ ਦੇ ਨਾਲ, ਉਦੋਂ ਵੀ ਆਪਣੇ ਕੋਲੇ ਡਿਫਰੈਂਟ ਰਿਜ਼ਲਟਸ ਆਉਣਗੇ, ਤਾਂ ਉਹਦੇ ਨਾਲ ਵੀ ਆਪਾਂ ਡਿਸਟਿੰਗੁਇਸ਼ ਕਰ ਸਕਦੇ ਹਾਂ। ਥਰਡ ਆਪਣੇ ਕੋਲ ਹੈ ਲੂਕਾਸ ਟੈਸਟ। ਲੂਕਾਸ ਟੈਸਟ ਦੇ ਵਿੱਚ ਜਿਵੇਂ ਆਪਾਂ ਗਰੂਵਸ ਪ੍ਰੋਸੈਸ ਕਰਦੇ ਆ ਨਾ, ਉਹੀ ਹੈ। ਜ਼ਿੰਕ ਕਲੋਰਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ? ਐਲਕੋਹਲ ਦੀ ਰਿਐਕਸ਼ਨ ਕਰਵਾਉਣੀ ਹੁੰਦੀ ਹੈ। ਤਾਂ ਇਹਦੇ ਵਿੱਚ ਵੀ ਆਪਣੇ ਕੋਲੇ ਕੀ ਹੁੰਦਾ? ਕਿਹਦੇ ਨਾਲ ਕਰਵਾਵਾਂਗੇ ਆਪਾਂ ਇਹਦੇ ਵਿੱਚ ਐਲਕੋਹਲ ਦੀ ਰਿਐਕਸ਼ਨ? HCl ਦੇ ਨਾਲ। ਤਾਂ ਟਰਬਿਡਿਟੀ ਦੇ ਅਕੋਰਡਿੰਗਲੀ ਆਪਾਂ ਦੇਖਦੇ ਹੁੰਦੇ ਹਾਂ ਕਿ ਟਰਬਿਡਿਟੀ ਕਦੋਂ ਆਉਂਦੀ ਹੈ। ਠੀਕ ਹੈ, ਤਾਂ ਉਹਦੇ ਅਕੋਰਡਿੰਗਲੀ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਪ੍ਰਾਇਮਰੀ ਅਲਕੋਹਲ ਕਿਹੜਾ ਹੈ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ ਕਿਹੜਾ। ਜੋ ਆਪਣਾ ਮੇਨ ਫੋਕਸ ਹੈ ਅੱਜ ਦੇ ਲੈਕਚਰ ਦਾ, ਦੈਟ ਇਜ਼ ਵਿਕਟਰ ਮੇਅਰ ਟੈਸਟ। ਠੀਕ ਹੈ, ਆਪਾਂ ਕਿਹਦੇ ਬਾਰੇ ਗੱਲ ਕਰਨੀ ਹੈ? ਵਿਕਟਰ ਮੇਅਰ ਟੈਸਟ ਬਾਰੇ ਗੱਲ ਕਰਨੀ ਹੈ। ਤਾਂ ਵਿਕਟਰ ਮੇਅਰ ਟੈਸਟ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਡਿਸਟਿੰਗੁਇਸ਼ਿੰਗ ਕਰ ਸਕਦੇ ਹਾਂ ਤਾਂ ਆਪਾਂ ਉਹ ਦੇਖਦੇ ਹਾਂ। ਠੀਕ ਹੈ, ਬਟ ਉਸ ਤੋਂ ਪਹਿਲਾਂ ਜਿਹੜੇ ਇਹ 3 ਮੈਥਡਸ ਨੇ ਇਹਨਾਂ ਤੇ ਆਪਾਂ ਬਰੀਫ ਜੀ ਸਟੱਡੀ ਕਰ ਲੈਂਦੇ ਹਾਂ, ਬਰੀਫ ਜੀ ਇੱਕ ਵਾਰੀ ਦੇਖ ਲੈਂਦੇ ਕਿ ਕਿਸ ਤਰੀਕੇ ਨਾਲ ਆਪਾਂ ਡਿਸਟਿੰਗੁਇਸ਼ਿੰਗ ਕਰਦੇ ਹਾਂ। ਅਗਰ ਆਪਾਂ ਪ੍ਰਾਇਮਰੀ ਅਲਕੋਹਲ ਦੀ ਗੱਲ ਕਰੀਏ, ਜਦੋਂ ਆਪਾਂ ਪ੍ਰਾਇਮਰੀ ਅਲਕੋਹਲ ਦੀ ਆਕਸੀਡੇਸ਼ਨ ਕਰਵਾਉਂਦੇ ਹਾਂ ਤਾਂ ਆਪਾਂ ਨੂੰ ਐਲਡੀਹਾਈਡ ਮਿਲਦਾ। ਠੀਕ ਹੈ, ਜਦੋਂ ਆਪਾਂ ਸੈਕੰਡਰੀ ਅਲਕੋਹਲ ਦੀ ਆਕਸੀਡੇਸ਼ਨ ਕਰਾਉਂਦੇ ਹਾਂ ਤਾਂ ਆਪਾਂ ਨੂੰ ਕੀਟੋਨ ਮਿਲਦਾ। ਬਟ ਜਦੋਂ ਆਪਾਂ ਟਰਸ਼ਰੀ ਅਲਕੋਹਲ ਦੀ ਆਕਸੀਡੇਸ਼ਨ ਕਰਵਾਉਂਦੇ ਹਾਂ ਤਾਂ ਆਪਾਂ ਨੂੰ ਐਲਡੀਹਾਈਡ ਜਾਂ ਕੀਟੋਨ ਦੀ ਜਗ੍ਹਾ ਤੇ ਕੀ ਮਿਲ ਜਾਂਦੀ ਹੈ? ਐਲਕੀਨ ਮਿਲਦੀ ਹੈ।
ਕਲੀਅਰ ਹੈ। ਉਸੇ ਤਰੀਕੇ ਨਾਲ ਜਦੋਂ ਆਪਾਂ ਹੌਟ ਕਾਪਰ ਦੇ ਨਾਲ ਰਿਐਕਸ਼ਨ ਕਰਵਾਉਂਦੇ ਹਾਂ ਤਾਂ ਵੀ ਆਪਾਂ ਨੂੰ ਇਹੀ ਰਿਜ਼ਲਟ ਸ਼ੋ ਹੁੰਦੇ ਹੈ। ਪ੍ਰਾਇਮਰੀ ਐਲਕੋਹਲ ਹੋਏਗੀ ਤਾਂ ਐਲਡੀਹਾਈਡ ਮਿਲ ਜਾਏਗਾ, ਸੈਕੰਡਰੀ ਐਲਕੋਹਲ ਹੋਏਗੀ ਤਾਂ ਕੀਟੋਨ ਮਿਲ ਜਾਏਗਾ, ਟਰਸ਼ੀ ਐਲਕੋਹਲ ਹੋਏਗੀ ਤਾਂ ਐਲਕੀਨ ਮਿਲ ਜਾਏਗਾ। ਜਦੋਂ ਆਪਾਂ ਕਰਦੇ ਹਾਂ ਲੂਕਾਸ ਟੈਸਟ, ਲੂਕਾਸ ਟੈਸਟ ਦੇ ਵਿੱਚ ਆਪਣੇ ਕੋਲੇ ਕੀ ਹੁੰਦਾ ਹੈ, ਆਪਣੇ ਕੋਲੇ ਐਲਕੋਹਲ ਹੈ, ਠੀਕ ਹੈ। ਐਲਕੋਹਲ ਮੰਨ ਲਓ ਆਪਣੇ ਕੋਲੇ ਪ੍ਰਾਇਮਰੀ ਐਲਕੋਹਲ ਹੈ, ਪ੍ਰਾਇਮਰੀ ਐਲਕੋਹਲ ਆਪਾਂ ਲੈ ਕੇ ਚੱਲ ਪੈਂਦੇ ਹਾਂ। ਚਲੋ ਆਪਣੇ ਕੋਲੇ ਕੀ ਹੈ, CH3 CH2OH ਹੈ। ਇਹਦੀ ਰਿਐਕਸ਼ਨ ਆਪਾਂ ਐਨਹਾਈਡਰਸ ਜ਼ਿੰਕ ਕਲੋਰਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਕਰਵਾਉਣੀ ਹੈ। ਇਹਨੂੰ ਆਪਾਂ ਇੱਕ ਮੀਡੀਅਮ ਦੀ ਤਰ੍ਹਾਂ ਯੂਜ਼ ਕਰਦੇ ਹਾਂ। ਕਿਹਦੇ ਨਾਲ ਕਰਵਾਉਣੀ ਹੈ, HCl ਦੇ ਨਾਲ। ਜਦੋਂ ਆਪਾਂ ਇਹਦੀ ਰਿਐਕਸ਼ਨ ਕਰਵਾਉਣੇ ਆ ਤਾਂ ਆਪਾਂ ਨੂੰ ਕੀ ਮਿਲਦਾ ਹੈ, CH3 CH2Cl। ਕਿਹੜੀ ਰਿਐਕਸ਼ਨ ਹੈ ਇਹ ਇਹਨੂੰ ਗਰੂਵਸ ਪ੍ਰੋਸੈਸ ਵੀ ਕਹਿ ਦਿੰਦੇ ਆ, ਜਾਂ ਫਿਰ ਇਹ ਆਪਣੇ ਕੋਲੇ ਕੀ ਹੈ, ਸਬਸਟੀਟਿਊਸ਼ਨ ਰਿਐਕਸ਼ਨ ਹੈ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੈ ਨਾ। ਤਾਂ OH ਦੀ ਜਗ੍ਹਾ ਤੇ ਕੀ ਲੱਗ ਗਿਆ, ਆਪਣੇ ਕੋਲੇ ਕਲੋਰੀਨ ਲੱਗ ਗਿਆ। ਹੁਣ ਇਸ ਰਿਐਕਸ਼ਨ ਦੇ ਵਿੱਚ ਹੋਏਗਾ ਕਿ ਵਾਟਰ ਬਾਹਰ ਚਲਾ ਜਾਏਗਾ, ਠੀਕ ਹੈ, ਵਾਟਰ ਬਣੇਗਾ ਆਪਣੇ ਕੋਲੇ ਨਾਲ। ਦੈਨ ਹੋਏਗਾ ਕਿ ਆਪਣੇ ਕੋਲੇ ਟਰਬਿਡਿਟੀ ਆਉਂਦੀ ਹੈ, ਠੀਕ ਹੈ। ਅਗਰ ਤਾਂ ਆਪਣੇ ਕੋਲੇ ਪ੍ਰਾਇਮਰੀ ਐਲਕੋਹਲ ਹੈ ਤਾਂ ਆਪਣੇ ਕੋਲੇ ਟਰਬਿਡਿਟੀ ਨਹੀਂ ਆਏਗੀ, ਠੀਕ ਹੈ। ਪ੍ਰਾਇਮਰੀ ਐਲਕੋਹਲ ਦੇ ਟਾਈਮ ਤੇ ਆਪਣੇ ਕੋਲੇ ਕੋਈ ਟਰਬਿਡਿਟੀ ਸ਼ੋ ਨਹੀਂ ਹੁੰਦੀ, ਮਤਲਬ ਰੂਮ ਟੈਂਪਰੇਚਰ ਤੇ ਸ਼ੋ ਨਹੀਂ ਹੁੰਦੀ। ਅਗਰ ਆਪਾਂ ਉਹਦਾ ਟੈਂਪਰੇਚਰ ਇਨਕਰੀਜ਼ ਕਰ ਦਾਂਗੇ ਤਾਂ ਟਰਬਿਡਿਟੀ ਆ ਜਾਂਦੀ ਹੈ। ਟਰਬਿਡਿਟੀ ਦਾ ਕੀ ਮਤਲਬ ਹੁੰਦਾ ਕਿ ਮਿਲਕੀਨੈਸ ਆਉਣਾ, ਠੀਕ ਹੈ। ਅਗਰ ਹੀਟ ਕਰਾਂਗੇ ਤਾਂ ਆ ਜਾਏਗੀ, ਬਟ ਅਗਰ ਆਪਾਂ ਇਸ ਰਿਐਕਸ਼ਨ ਨੂੰ ਰੂਮ ਟੈਂਪਰੇਚਰ ਤੇ ਹੀ ਕਰਵਾਈਏ, ਹੀਟ ਨੂੰ ਇਨਵੋਲਵ ਕਰੀਏ ਹੀ ਨਾ, ਤਾਂ ਕੋਈ ਟਰਬਿਡਿਟੀ ਨਹੀਂ ਹੁੰਦੀ, ਕੋਈ ਮਿਲਕੀਨੈਸ ਆਪਾਂ ਨੂੰ ਸੋਲਿਊਸ਼ਨ ਜੋ ਆਪਾਂ ਨੂੰ ਰਿਜ਼ਲਟਿੰਗ ਸੋਲਿਊਸ਼ਨ ਹੈ ਉਹਦੇ ਵਿੱਚ ਨਹੀਂ ਸ਼ੋ ਹੁੰਦਾ। ਬਟ ਅਗਰ ਆਪਾਂ ਪ੍ਰਾਇਮਰੀ ਐਲਕੋਹਲ ਦੀ ਜਗ੍ਹਾ ਤੇ ਸੈਕੰਡਰੀ ਐਲਕੋਹਲ ਲੈ ਲੈਂਦੇ ਹਾਂ, ਠੀਕ ਹੈ। ਸੈਕੰਡਰੀ ਐਲਕੋਹਲ ਲਈਏ, ਸੇਮ ਰਿਐਕਸ਼ਨ ਕਰਵਾਈ, ਸੈਕੰਡਰੀ ਐਲਕੋਹਲ ਦੀ ਟਾਈਮ ਤੇ ਆਪਣੇ ਕੋਲੇ ਕੀ ਬਣਦਾ, ਸੈਕੰਡਰੀ ਐਲਕੋਹਲ ਦੇ ਟਾਈਮ ਤੇ ਆਪਣੇ ਕੋਲੇ ਟਰਬਿਡਿਟੀ ਆਉਂਦੀ ਹੈ ਆਫਟਰ ਸਮ ਟਾਈਮ, ਅਬਾਊਟ 5 ਮਿੰਟਸ ਤੋਂ ਬਾਅਦ ਚੋਂ ਆਪਣੇ ਕੋਲੇ ਕੀ ਹੈ, ਟਰਬਿਡਿਟੀ ਸ਼ੋ ਹੋ ਜਾਂਦੀ ਹੈ। ਰਿਐਕਸ਼ਨ ਸੇਮ ਹੈ, ਜ਼ਿੰਕ ਕਲੋਰਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਆਪਾਂ ਕਰਵਾਉਣੇ ਆ, ਠੀਕ ਹੈ। ਅਗਰ ਆਪਣੇ ਕੋਲੇ ਹੈਗਾ ਬੇਟਾ ਟਰਸ਼ਰੀ ਐਲਕੋਹਲ, ਅਗਰ ਟਰਸ਼ਰੀ ਐਲਕੋਹਲ ਹੈ ਤਾਂ ਟਰਸ਼ਰੀ ਐਲਕੋਹਲ ਦੇ ਵਿੱਚ ਜੋ ਟਰਬਿਡਿਟੀ ਆ ਉਹ ਇਮੀਡੀਏਟ ਆ ਜਾਂਦੀ ਹੈ, ਨਾਲ ਦੀ ਨਾਲ। ਜਿਵੇਂ ਹੀ ਆਪਾਂ ਮਿਕਸਚਰ ਨੂੰ ਐਡ ਕੀਤਾ, ਜਿਵੇਂ ਆਪਾਂ ਸੋਲਿਊਸ਼ਨ ਬਣਾਇਆ, ਨਾਲ ਦੀ ਨਾਲ ਆਪਣੇ ਕੋਲੇ ਕੀ ਆ ਜਾਏਗੀ, ਟਰਬਿਡਿਟੀ ਆ ਜਾਏਗੀ। ਜਿਵੇਂ ਰਿਜ਼ਲਟਿੰਗ ਸੋਲਿਊਸ਼ਨ ਆਪਣਾ ਬਣ ਗਿਆ, ਨਾਲ ਦੀ ਨਾਲ ਆਪਾਂ ਨੂੰ ਟਰਬਿਡਿਟੀ ਸ਼ੋ ਹੋਣਾ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਡਿਸਟਿੰਗੁਇਸ਼ ਕਰ ਸਕਦੇ ਹਾਂ। ਆਪਣਾ ਜੋ ਮੇਨ ਫੋਕਸ ਹੈ ਉਹ ਕਿਹਦੇ ਉੱਤੇ ਹੈ, ਵਿਕਟਰ ਮੇਅਰ ਟੈਸਟ। ਤਾਂ ਹੁਣ ਆਪਾਂ ਕੀ ਕਰਨਾ ਹੈ, ਵਿਕਟਰ ਮੇਅਰ ਟੈਸਟ। ਚਲੋ, ਤਾਂ ਵਿਕਟਰ ਮੇਅਰ ਟੈਸਟ ਆਪਣੇ ਕੋਲੇ ਕੀ ਹੈ, ਇੱਕ ਕੈਮੀਕਲ ਟੈਸਟ ਹੈ ਜਿਹੜਾ ਕਿ ਕਾਹਦੇ ਲਈ ਕਰਦੇ ਹਾਂ ਆਪਾਂ, ਪ੍ਰਾਇਮਰੀ ਸੈਕੰਡਰੀ ਐਂਡ ਟਰਸ਼ਰੀ ਐਲਕੋਹਲਸ ਨੂੰ ਡਿਸਟਿੰਗੁਇਸ਼ ਕਰਨ ਵਾਸਤੇ, ਅਲੱਗ-ਅਲੱਗ ਦਿਖਾਉਣ ਵਾਸਤੇ, ਠੀਕ ਹੈ। ਇਹਦੇ ਵਿੱਚ ਆਪਣੇ ਕੋਲੇ ਬਹੁਤ ਵਧੀਆ ਰਿਜ਼ਲਟ ਸ਼ੋ ਹੁੰਦੇ ਨੇ। ਦੈਟਸ ਵਾਈ ਇਹ ਵਾਲਾ ਜਿਹੜਾ ਟੈਸਟ ਉਹ ਬਹੁਤ ਇੰਪੋਰਟੈਂਟ ਮੰਨਿਆ ਜਾਂਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ, ਠੀਕ ਹੈ। ਸੈਕੰਡਲੀ ਆਪਣੇ ਕੋਲੇ ਕੀ ਹੈ ਕਿ ਜੋ ਪ੍ਰਾਇਮਰੀ ਐਲਕੋਹਲ ਹੁੰਦੀਆਂ ਨੇ, ਰਿਜ਼ਲਟ ਇਹਦਾ ਕੀ ਸ਼ੋ ਹੁੰਦਾ ਹੈ, ਅਗਰ ਤਾਂ ਆਪਣੇ ਕੋਲ ਪ੍ਰਾਇਮਰੀ ਐਲਕੋਹਲ ਹੈ ਤਾਂ ਆਪਣੇ ਕੋਲ ਜੋ ਕਲਰ ਹੈ ਨਾ ਰਿਜ਼ਲਟ ਦਾ, ਜੋ ਆਪਾਂ ਰਿਐਕਸ਼ਨ ਕਰਾਂਗੇ, ਰਿਐਕਸ਼ਨ ਤੋਂ ਬਾਅਦ ਦੇ ਵਿੱਚ ਜੋ ਆਪਾਂ ਨੂੰ ਰਿਜ਼ਲਟ ਮਿਲਦਾ, ਤਾਂ ਪ੍ਰਾਇਮਰੀ ਐਲਕੋਹਲ ਦੇ ਟਾਈਮ ਤੇ ਆਪਾਂ ਨੂੰ ਕਿਹੜਾ ਕਲਰ ਸ਼ੋ ਹੁੰਦਾ, ਰੈੱਡ। ਅਗਰ ਸੈਕੰਡਰੀ ਐਲਕੋਹਲਸ ਹੋਣਗੀਆਂ ਤਾਂ ਕਲਰ ਆਪਣੇ ਕੋਲੇ ਆਏਗਾ ਬਲੂ, ਐਂਡ ਅਗਰ ਟਰਸ਼ਰੀ ਐਲਕੋਹਲਸ ਹੋਣਗੇ ਤਾਂ ਕੋਈ ਕਲਰ ਨਹੀਂ ਆਉਂਦਾ, ਆਪਣੇ ਕੋਲੇ ਕਲਰਲੈਸ ਸੋਲਿਊਸ਼ਨ ਬਣ ਜਾਂਦਾ, ਲਾਈਕ ਵਾਟਰ, ਠੀਕ ਹੈ। ਜਿਵੇਂ ਵਾਟਰ ਹੈ ਜਾਂ ਇੱਕ ਆਪਣੇ ਕੋਲੇ ਨਿਊਟਰਲ ਸੋਲਿਊਸ਼ਨ ਹੈ, ਉਸ ਤਰੀਕੇ ਨਾਲ ਆਪਣੇ ਕੋਲੇ ਕੀ ਆ, ਕਲਰ ਸ਼ੋ ਹੁੰਦਾ, ਮਤਲਬ ਕਲਰਲੈਸ ਹੋਏਗਾ ਉਹ, ਠੀਕ ਹੈ। ਹੁਣ ਇਹਦੇ ਵਿੱਚ ਰਿਐਕਸ਼ਨ ਹੁੰਦੀ ਕਿਵੇਂ ਹੈ, ਰਿਐਕਸ਼ਨ ਇਹਦੇ 'ਚ ਹੁੰਦੀ ਹੈ ਬੇਟਾ, ਦੇਖੋ ਆਪਾਂ ਨੂੰ ਕਾਫੀ ਸਾਰੇ ਸਟੈਪਸ ਇਹਦੇ ਵਿੱਚ ਇਨਵੋਲਵਡ ਹੁੰਦੇ ਨੇ, ਕਾਫੀ ਸਾਰੇ ਸਟੈਪਸ ਆਪਾਂ ਨੂੰ ਕਰਨੇ ਪੈਂਦੇ ਨੇ। ਆਪਣੇ ਕੋਲੇ ਕੀ ਹੈ, ਐਲਕੋਹਲ ਹੈ, ਐਲਕੋਹਲ ਨੂੰ ਪਹਿਲਾਂ ਆਪਾਂ ਫੋਸਫੋਰਸ ਪਲਸ ਆਇਓਡੀਨ ਦੇ ਨਾਲ ਰਿਐਕਟ ਕਰਦੇ ਹਾਂ। ਫੋਸਫੋਰਸ ਪਲਸ ਆਇਓਡੀਨ ਵੀ ਲੈ ਸਕਦੇ ਹਾਂ, ਜਾਂ ਇਹਦੀ ਜਗ੍ਹਾ ਤੇ ਬੇਟਾ ਆਪਾਂ ਕੰਸਨਟ੍ਰੇਟਡ HI ਸੋਲਿਊਸ਼ਨ ਵੀ ਲੈ ਸਕਦੇ ਹਾਂ, ਦੋਨਾਂ ਦਾ ਇੱਕੋ ਹੀ ਕੰਮ ਹੋਏਗਾ, ਠੀਕ ਹੈ। ਸੈਕੰਡਲੀ ਆਪਾਂ ਜੋ ਆਪਣੇ ਕੋਲੇ ਰਿਜ਼ਲਟ ਆਇਆ ਉਹਦੀ ਰਿਐਕਸ਼ਨ ਆਪਾਂ ਕਰਵਾਉਣੀ ਹੈ AgNO2 ਦੇ ਨਾਲ, ਠੀਕ ਹੈ। ਫਿਰ ਆਪਣੇ ਕੋਲ ਜੋ ਰਿਜ਼ਲਟ ਆਏਗਾ ਉਸ ਕੰਪਾਊਂਡ ਦੀ ਆਪਾਂ ਰਿਐਕਸ਼ਨ ਕਰਵਾਵਾਂਗੇ HNO2 ਦੇ ਨਾਲ, ਜੋ ਕਿ ਆਪਾਂ ਨੂੰ ਕਿੱਥੋਂ ਮਿਲਿਆ, NaNO2 ਐਂਡ HCl ਤੋਂ, ਠੀਕ ਹੈ। HNO2 ਨਾ 2 ਨੂੰ ਇੱਥੇ ਆਪਾਂ ਬੇਟਾ HONO ਦੇ ਵਿੱਚ ਬ੍ਰੇਕ ਕਰਕੇ ਲਵਾਂਗੇ, ਤਾਂ ਕਿ ਆਪਾਂ ਨੂੰ ਰਿਐਕਸ਼ਨ ਸਮਝ ਆ ਜਾਏ ਕਿ ਰਿਐਕਸ਼ਨ ਦੇ ਵਿੱਚ ਐਕਚੁਅਲ ਦੇ ਵਿੱਚ ਹੋ ਕੀ ਰਿਹਾ, ਠੀਕ ਹੈ। ਤਾਂ ਆਪਾਂ HNO2 ਨੂੰ HONO ਲਿਖ ਸਕਦੇ ਹਾਂ, HONO। ਇਹਦੇ ਅਕੋਰਡਿੰਗਲੀ ਆਪਾਂ ਰਿਐਕਸ਼ਨ ਦੇਖਾਂਗੇ ਕਿ ਕਿਵੇਂ ਹੋਏਗੀ।
फोर्थ स्टैप दे विच आपां की करना है, KOH पाउणा है। या तो आपां KOH लै लांगे या NaOH लै लांगे, आपां नूं किसी भी बेस की जरूरत है, स्ट्रोंग बेस की जरूरत है। या तो आपां KOH पा लांगे या NaOH पा लांगे, दोनों ने सेम रिजल्ट ही शो करना है। ठीक है, हुण आपां नूं स्क्रीन ते दिख रहा है कि अगर प्राइमरी अल्कोहल है तो इन्होंने रैड कलर की टेस्ट ट्यूब च रैड कलर का सोल्यूशन है, अगर सैकेंडरी है तो टेस्ट ट्यूब च ब्लू कलर का सोल्यूशन है, अगर टर्शियरी अल्कोहल है तो टेस्ट ट्यूब उस तरीके की है, उस तरीके का सोल्यूशन है जिवें अल्कोहल का सी, मतलब कलरलैस। ठीक है, तो हुण ये किवें हुंदा है, किवें आपां रिएक्शन करवाउणी आ, किवें आपां नूं ये कलर शो होएगा, वो आपां देखना है। बट आपां ने रिजल्ट इहदा हमेशा याद रखना है कि अगर प्राइमरी अल्कोहल है तो आपां नूं रैड कलर का सोल्यूशन मिलेगा, सैकेंडरी अल्कोहल है तो ब्लू कलर का, टर्शियरी अल्कोहल है तो कलरलैस। ये चारों स्टैप्स करन तो बाद दे विच अपने कोले ये तीनों मतलब अपने अपने रिस्पैक्टिवली सोल्यूशनस मिल जाते हैं। क्लीयर है। चलो हुण आपां देखते हैं कि किस तरीके दे नाल आपां रिएक्शनस करवाउणियां ने। आपां वारी वारी नाल प्राइमरी अल्कोहल, सैकेंडरी अल्कोहल एंड टर्शियरी अल्कोहल लैके चलांगे, उहदे अकॉर्डिंगली आपां रिएक्शन करांगे। तो देखो इत्थे अपने कोले तीनों रिएक्शनस दिखाईयां हुई ने, आपां वारी वारी नाल रिएक्शन करनी है। सब तो पहला आपां चूज करते हैं प्राइमरी अल्कोहल, है ना। अपने कोले की है प्राइमरी अल्कोहल है, प्राइमरी अल्कोहल दे विच की है RCH2OH। ठीक है, प्राइमरी अल्कोहल है मतलब कार्बन दे नाल इको ही अल्काइल ग्रुप अटैच्ड है। हुण सब तो फर्स्ट अपना स्टैप की सी, आपां किहदे नाल रिएक्शन करवाउणी आ, HI दे नाल, HI दे नाल या फॉस्फोरस प्लस I2 दे नाल रिएक्शन करवाउणी आ। HI आपां किहड़ा लैना, कॉन्सनट्रेटेड। जदों आपां रिएक्शन करवाउणे आ तां इत्थे अपने कोल न्यूक्लियोफिलिक सबस्टिट्यूशन रिएक्शन हो जाती है। ठीक है, न्यूक्लियोफिलिक सबस्टिट्यूशन मतलब OH की जगह ते की लग जाएगा, आयोडीन, एंड वाटर की हो जाएगा बाहर, वाटर रिमूव हो गया। वाटर रिमूव होने तो बाद चो आपां नूं की मिलता है, R एज इट इज़ रहिंदा है, CH2 एज इट इज़ रहिंदा है, OH की जगह ते अपने कोले की लग गया, आयोडीन। क्लीयर है, ये अपने कोले मिल गया। नैक्सट स्टैप दे विच आपां की करना सी, AgNO2 पाना सी, सिल्वर नाइट्रेट। चलो नैक्सट स्टैप दे विच आपां की पाता, सिल्वर नाइट्रेट सोल्यूशन। सिल्वर नाइट्रेट सोल्यूशन भी की करेगा, आयोडीन नूं अलग कर देगा। ठीक है, इत्थे अपने कोले की होया, आयोडीन नूं सिल्वर नाइट्रेट ने की करता, रिप्लेस करता, या नाइट्रेट ने रिप्लेस करता। इत्थे भी अपने कोल न्यूक्लियोफिलिक सबस्टिट्यूशन रिएक्शन ही होएगी। इत्थे की होएगा, अपने कोल R है, CH2 है, I दी जगह ते हुण की लग जाएगा, NO2। तो फिर अपने कोले साइड प्रोडक्ट की बनया बेटा, AgI। क्लीयर है, हुण अपने कोले नाइट्रेट सोल्यूशन बन गया। तीनों स्टैप्स दे विच, तीनों रिएक्शनस दे विच आपां सेम स्टैप फॉलो करना है। ठीक है, HI दे नाल रिएक्शन करवाई, OH दी जगह ते अपने कोले I लग गया। फिर AgNO2 दे नाल रिएक्शन करवाई, I दी जगह ते अपने कोले NO2 लग जाएगा। टर्शरी दे विच भी आपां सेम करवाना है, पहला HI पाया, OH दी जगह ते अपने कोल आयोडीन लग गया। फिर आपां AgNO2 पाया, आयोडीन दी जगह ते अपने कोल NO2 लग गया। ठीक है, यही स्टैप है जो तीनों रिएक्शनस दे विच सेम होएगा। दो स्टैप आपां करवा ली, एक आपां HI नाल रिएक्शन करवा ली, एक आपां AgNO2 दे नाल रिएक्शन करवा ली। हुण चलदे अपनी थर्ड स्टैप बन्नी। थर्ड स्टैप दे विच बेटा अपने कोले की हुंदा है, आपां की लिया होया है, अपने कोले नाइट्रो सोल्यूशन बन गया। ठीक है, नाइट्रो वाला सोल्यूशन बन गया, नाइट्रेट्स बन गए। तो इस तो बाद दे विच आपां रिएक्शन किहदे नाल करवानी है, थर्ड स्टैप अपना की सी, HNO2 दे नाल रिएक्शन करवानी, जिन्हों आपां थोड़ा जिहा ब्रेक करके लिख लिया। किवें लिख लिया, HONO। HONO। क्लीयर है, HONO आपां ले लिया। तो हुण की होएगा, इहदे विच होएगा ए कि अपने कोले की सोल्यूशन बनिया सी, अगर आपां प्राइमरी वाले दी गल कर रहे सी, CH2NO2 ये बनिया सी। हुण इहदी रिएक्शन आपां किहदे नाल करवाई है, HONO दे नाल। ठीक है, हुण इहदे विचों की है, ऐ मन के चलो कि HONO इत्थे किहदा काम कर रहा है, HNO2 सोल्यूशन है जो, वो इत्थे किस चीज़ का काम कर रहा है, इत्थे काम कर रहा है डीहाइड्रेटिंग एजेंट का।
ਡੀਹਾਈਡਰੇਟਿੰਗ ਦਾ ਕੀ ਮਤਲਬ, ਹਾਈਡਰੇਟ ਮੀਨਸ ਵਾਟਰ, ਡੀ ਮਤਲਬ ਬਾਹਰ ਨਿਕਾਲਣਾ, ਤਾਂ ਡੀਹਾਈਡਰੇਟਿੰਗ ਏਜੰਟ ਕਿਹੜੇ ਹੁੰਦੇ, ਜਿਹੜੇ ਵਾਟਰ ਬਾਹਰ ਕੱਢਦੇ ਆ। ਤਾਂ HNO2 ਨੇ ਇੱਥੇ ਕੀ ਕਰਨਾ, ਵਾਟਰ ਨੂੰ ਬਾਹਰ ਕੱਢਣਾ। ਹੁਣ ਵਾਟਰ ਬਾਹਰ ਕਿੱਥੋਂ ਜਾਏਗਾ, ਆਪਣੇ ਕੋਲੇ ਦੇਖੋ ਇੱਥੇ ਜੋ ਮਸਟ ਚੀਜ਼ ਹੈ ਉਹ ਕੀ ਹੈ, ਉਹ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜੇ ਗਰੁੱਪ ਦੇ ਨਾਲ NO2 ਲੱਗਿਆ ਹੋਇਆ, ਜਿਹੜੀ ਕਾਰਬਨ ਦੇ ਨਾਲ NO2 ਲੱਗਿਆ ਹੋਇਆ, ਉਸ ਕਾਰਬਨ ਨੂੰ ਆਪਾਂ ਕੀ ਨਾਮ ਦਿੰਦੇ ਹੁੰਦੇ, ਅਲਫਾ। ਨੈਕਸਟ ਵਾਲੀ ਕਿਹੜੀ ਹੋਏਗੀ ਬੀਟਾ, ਉਦੋਂ ਅੱਗੇ ਵਾਲੀ ਗਾਮਾ। ਆਪਾਂ ਇਸ ਤਰੀਕੇ ਨਾਲ ਕਰਦੇ ਹਾਂ। ਆਪਾਂ ਨੂੰ ਲੋੜ ਹੈ ਇੱਥੇ ਅਲਫਾ ਕਾਰਬਨ ਦੀ। ਅਲਫਾ ਕਾਰਬਨ ਤੋਂ ਹਾਈਡਰੋਜਨਸ ਰਿਮੂਵ ਹੁੰਦੀਆਂ ਨੇ, ਜਿੰਨੀਆਂ ਹਾਈਡਰੋਜਨਸ ਇਹਦੇ ਨਾਲ ਲੱਗੀਆਂ ਹੋਣਗੀਆਂ ਉਹ ਸਾਰੀਆਂ ਰਿਮੂਵ ਹੋ ਜਾਣਗੀਆਂ। ਹੁਣ ਅਲਫਾ ਕਾਰਬਨ ਦੇ ਨਾਲ ਆਪਣੇ ਕੋਲੇ 2 ਹਾਈਡਰੋਜਨਸ ਅਟੈਚ ਨੇ, ਠੀਕ ਹੈ। ਵਾਟਰ ਆਪਾਂ ਬਾਹਰ ਕੱਢਣਾ, H2 ਆਪਾਂ ਨੂੰ ਮਿਲ ਗਿਆ। ਕੀ ਚਾਹੀਦਾ ਹੋਰ ਆਪਾਂ ਨੂੰ, ਆਕਸੀਜਨ। ਉਹ ਆਕਸੀਜਨ ਆਪਾਂ ਨੂੰ ਕਿੱਥੋਂ ਮਿਲਦਾ, HNO2 ਤੋਂ। ਤਾਂ ਇੱਥੋਂ ਆਪਾਂ ਨੂੰ ਕੀ ਹੋ ਜਾਂਦਾ ਹੈ, ਵਾਟਰ ਹੈ ਜੋ ਉਹ ਬਾਹਰ ਚਲਾ ਜਾਂਦਾ ਹੈ। ਵਾਟਰ ਬਾਹਰ ਚਲਾ ਗਿਆ, ਆਪਣੇ ਕੋਲੇ ਕੀ ਬਣ ਜਾਏਗਾ, RCNO2। ਬਚਿਆ ਕੀ ਆਪਣੇ ਕੋਲੇ, HON। ਤਾਂ ਇੱਥੇ ਕੀ ਹੋਏਗਾ, ਡਬਲ ਬੌਂਡ ਦੇ ਨਾਲ NOH ਆਪਣੇ ਕੋਲੇ ਲੱਗ ਜਾਏਗਾ, ਠੀਕ ਹੈ। ਤਾਂ ਆਪਣੇ ਕੋਲੇ ਇਹ ਸੋਲਿਊਸ਼ਨ ਬਣ ਗਿਆ। ਇਹ ਜੋ ਆਪਣੇ ਕੋਲੇ ਕੰਪਾਊਂਡ ਬਣਿਆ ਹੈ, ਇਸ ਕੰਪਾਊਂਡ ਨੂੰ ਬੋਲਦੇ ਆ ਨਾਈਟ੍ਰੋਲਿਕ ਐਸਿਡ। ਇਹ ਵੀ ਇੰਪੋਰਟੈਂਟ ਹੈ, ਆਪਣੇ ਕੋਲ ਕੁਐਸਚਨਸ 'ਚ ਪੁੱਛਿਆ ਜਾਂਦਾ ਹੈ ਕਿ ਨਾਈਟ੍ਰੋਲਿਕ ਐਸਿਡ ਜੋ ਹੈ ਉਹ ਤੱਕ ਪੁੱਛਿਆ ਜਾਂਦਾ ਕਿ ਪ੍ਰਾਇਮਰੀ ਅਲਕੋਹਲ ਕਿਹੜਾ ਕੰਪਾਊਂਡ ਬਣਾਉਂਦਾ, ਠੀਕ ਹੈ। ਆਪਣੇ ਕੋਲ ਕਿਹੜਾ ਕੰਪਾਊਂਡ ਬਣ ਗਿਆ, ਨਾਈਟ੍ਰੋਲਿਕ ਐਸਿਡ। ਤਾਂ ਹੁਣ ਜਦੋਂ ਆਪਾਂ ਨਾਈਟ੍ਰੋਲਿਕ ਐਸਿਡ ਦੀ KOH ਜਾਂ NOH ਦੇ ਨਾਲ ਡੀਲਿੰਗ ਕਰਵਾਵਾਂਗੇ, ਰਿਐਕਸ਼ਨ ਕਰਵਾਵਾਂਗੇ, ਤਾਂ ਆਪਣੇ ਕੋਲ ਇੱਕ ਬਲੱਡ ਰੈੱਡ ਕਲਰ ਦਾ ਸੋਲਿਊਸ਼ਨ ਮਿਲ ਜਾਏਗਾ। ਰੈੱਡ ਕਲਰ ਦਾ ਸੋਲਿਊਸ਼ਨ ਮਿਲ ਜਾਏਗਾ। ਕਿਵੇਂ ਦੀ ਰੈੱਡ ਕਲਰ ਦੀ ਕਨਸਿਸਟੈਂਸੀ ਕਿਵੇਂ ਹੋਏਗੀ, ਉਹ ਹੋਏਗੀ ਆਪਣੇ ਕੋਲੇ ਬਲੱਡ ਰੈੱਡ ਕਲਰ ਵਾਂਗੂ, ਠੀਕ ਹੈ। ਤਾਂ ਕਰਕੇ ਆਪਣੇ ਕੋਲੇ ਕੀ ਹੈ, ਤਾਂ ਆਪਾਂ ਨੂੰ ਪਤਾ ਚੱਲ ਜਾਏਗਾ ਵੀ ਜਦੋਂ ਆਪਾਂ ਚਾਰੋਂ ਸਟੈਪ ਕਰਵਾ ਲਈ, ਚਾਰੋਂ ਸਟੈਪ ਕਰਵਾਉਣ ਤੋਂ ਬਾਅਦ 'ਚੋਂ ਆਪਣੇ ਕੋਲ ਅਗਰ ਰੈੱਡ ਕਲਰ ਦਾ ਸੋਲਿਊਸ਼ਨ ਆ ਜਾਂਦਾ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਜਿਹੜਾ ਆਪਣੇ ਕੋਲ ਅਲਕੋਹਲ ਸੀ ਉਹ ਕਿਹੜਾ ਸੀ, ਪ੍ਰਾਇਮਰੀ ਸੀ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸੈਕੰਡਰੀ ਅਲਕੋਹਲ ਦੀ। ਜਦੋਂ ਆਪਾਂ ਸੈਕੰਡਰੀ ਅਲਕੋਹਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਕੋਲ ਪਹਿਲਾਂ ਤਾਂ ਸੇਮ ਸੀ, ਤਾਂ ਇੱਥੇ ਆਪਣੇ ਕੋਲੇ ਕੀ ਬਣਦਾ ਹੈ, RCH। ਪਹਿਲਾਂ OH ਲੱਗਿਆ ਹੋਇਆ ਸੀ, ਫਿਰ I ਲੱਗ ਗਿਆ, ਫਿਰ I ਦੀ ਜਗ੍ਹਾ ਤੇ NO2 ਲੱਗ ਗਿਆ। ਹੁਣ ਆਪਣੇ ਕੋਲ ਇੱਥੇ NO2 ਲੱਗਿਆ ਹੋਇਆ। ਇਹਦੀ ਰਿਐਕਸ਼ਨ ਆਪਾਂ ਫਿਰ HONO ਦੇ ਨਾਲ ਕਰਵਾਈਏ, ਇਹਨੇ ਫਿਰ ਡੀਹਾਈਡਰੇਟਿੰਗ ਏਜੰਟ ਦਾ ਕੰਮ ਕਰਨਾ, ਵਾਟਰ ਬਾਹਰ ਕਰਨਾ। ਹੁਣ ਵਾਟਰ ਕਿੱਥੋਂ ਬਾਹਰ ਕੱਢੇਗਾ, ਹੁਣ ਅਲਫਾ ਕਾਰਬਨ ਕੋਲੇ ਤਾਂ ਜਸਟ ਇੱਕ ਹੀ ਹਾਈਡਰੋਜਨ ਹੈ, ਦੂਸਰੀ ਹਾਈਡਰੋਜਨ ਕਿੱਥੋਂ ਆ ਜਾਏਗੀ, ਡੀਹਾਈਡਰੇਟਿੰਗ ਏਜੰਟ ਚੋਂ। ਇੱਥੋਂ ਆਕਸੀਜਨ ਵੀ ਲੈਣੀ ਹੈ, ਇਹਨੇ ਵਾਟਰ ਵੀ ਲੈ ਲੇਗਾ, ਹਾਈਡਰੋਜਨ ਵੀ ਲੈ ਲੇਗਾ। ਇੱਥੋਂ OH ਬਾਹਰ ਚਲਾ ਜਾਏਗਾ, ਤਾਂ ਵਾਟਰ ਚਲਾ ਗਿਆ ਬਾਹਰ। ਹੁਣ ਆਪਣੇ ਕੋਲੇ ਕਾਰਬਨ ਕੋਲੇ ਇੱਕ ਬੌਂਡ ਦੀ ਹੀ ਜਗ੍ਹਾ ਹੈ, 2 ਦੀ ਨਹੀਂ ਨਾ, ਇੱਕ ਬੌਂਡ ਦੀ ਜਗ੍ਹਾ। ਉਹਦੇ ਨਾਲ ਕੀ ਲੱਗ ਜਾਏਗਾ ਆਪਣੇ ਕੋਲੇ, NO ਅਟੈਚ ਹੋ ਗਿਆ, ਠੀਕ ਹੈ। ਤਾਂ ਆਪਣੇ ਕੋਲੇ ਜੋ ਸੋਲਿਊਸ਼ਨ ਬਣਦਾ ਉਹਨੂੰ ਆਪਾਂ ਕੀ ਬੋਲਦੇ ਹਾਂ, ਸਿਊਡੋ ਨਾਈਟ੍ਰੋਲ। ਉੱਥੇ ਆਪਣੇ ਕੋਲ ਪ੍ਰਾਇਮਰੀ ਦੇ ਟਾਈਮ ਤੇ ਡਬਲ ਬੌਂਡ ਨਾਲ N ਅਟੈਚ ਸੀ, ਹੁਣ ਸਿੰਗਲ ਬੌਂਡ ਦੇ ਨਾਲ N ਅਟੈਚਡ ਹੈ। ਕਲੀਅਰ ਹੈ। ਤਾਂ ਆਪਣੇ ਕੋਲੇ ਇੱਥੇ ਕੀ ਬਣ ਜਾਂਦਾ ਹੈ, ਸਿਊਡੋ ਨਾਈਟ੍ਰੋਲ। ਤਾਂ ਇਹਦੇ ਵਿੱਚ ਕੁਐਸਚਨ ਕੀ ਪੁੱਛਦੇ ਆ ਕਿ ਸੈਕੰਡਰੀ ਦੇ ਟਾਈਮ ਤੇ ਆਪਣੇ ਕੋਲ ਕਿਹੜਾ ਸੋਲਿਊਸ਼ਨ ਮਿਲਦਾ, ਤਿੰਨੋਂ ਸਟੈਪ ਕਰਨ ਤੋਂ ਬਾਅਦ ਚੋਂ ਕਿਹੜਾ ਮਿਲੇਗਾ, ਸਿਊਡੋ ਨਾਈਟ੍ਰੋਲ। ਫਿਰ ਜਦੋਂ ਆਪਾਂ ਇਹਦੀ ਰਿਐਕਸ਼ਨ NaOH ਦੇ ਨਾਲ ਜਾਂ KOH ਦੇ ਨਾਲ ਕਰਵਾਵਾਂਗੇ ਤਾਂ ਆਪਣੇ ਕੋਲ ਜੋ ਰਿਜ਼ਲਟੈਂਟ ਮਿਲੇਗਾ, ਰਿਜ਼ਲਟੈਂਟ ਕੰਪਾਊਂਡ ਮਿਲੇਗਾ, ਉਹਦਾ ਜਿਹੜਾ ਕਲਰ ਹੋਊਗਾ ਦੈਟ ਇਜ਼ ਬਲੂ, ਠੀਕ ਹੈ। ਬਲੂ ਕਲਰ ਦਾ ਆਪਾਂ ਨੂੰ ਸੋਲਿਊਸ਼ਨ ਮਿਲ ਜਾਂਦਾ ਹੈ। ਫਿਰ ਬੇਟਾ ਜਦੋਂ ਆਪਾਂ ਟਰਸ਼ਰੀ ਨਾਲ ਰਿਐਕਸ਼ਨ ਕਰਵਾਉਂਦੇ ਹਾਂ ਤਾਂ ਪਹਿਲਾਂ OH ਦੀ ਜਗ੍ਹਾ ਤੇ I ਰਿਪਲੇਸ ਹੋ ਗਿਆ, I ਦੀ ਜਗ੍ਹਾ ਤੇ NO2 ਰਿਪਲੇਸ ਹੋ ਗਿਆ। ਹੁਣ ਆਪਣੇ ਕੋਲੇ ਇੱਥੇ ਕਾਰਬਨ ਦੇ ਨਾਲ 3 ਅਲਕਾਈਲ ਗਰੁੱਪਸ ਲੱਗੇ ਹੋਏ ਨੇ, ਇੱਕ NO2 ਲੱਗਿਆ ਹੋਇਆ। ਜਦੋਂ ਆਪਾਂ ਇਹਦੀ ਰਿਐਕਸ਼ਨ HONO ਨਾਲ ਕਰਵਾਵਾਂਗੇ ਤਾਂ ਇਹਨੇ ਕੀ ਕਰਨਾ ਹੈ, ਡੀਹਾਈਡਰੇਟਿੰਗ ਏਜੰਟ ਦਾ ਕੰਮ, ਵਾਟਰ ਰਿਮੂਵ ਕਰਨਾ ਹੈ। ਕਿਹਦੇ ਤੋਂ ਹਾਈਡਰੋਜਨਸ ਜਾਂਦੀਆਂ, ਅਲਫਾ ਕਾਰਬਨਸ ਤੋਂ। ਪਰ ਇੱਥੇ ਤਾਂ ਅਲਫਾ ਕਾਰਬਨ ਕੋਲੇ ਕੋਈ ਹਾਈਡਰੋਜਨ ਹੀ ਹੈ ਨਹੀਂ, ਹੈ ਨਾ, ਅਲਫਾ ਕਾਰਬਨ ਕੋਲੇ ਹਾਈਡਰੋਜਨ ਹੈ ਨਹੀਂ। ਦੈਟਸ ਵਾਈ ਇਹਦੀ ਰਿਐਕਸ਼ਨ HONO ਦੇ ਨਾਲ ਨਹੀਂ ਹੁੰਦੀ, ਮਤਲਬ ਇਹ ਵਾਟਰ ਨੂੰ ਰਿਮੂਵ ਨਹੀਂ ਕਰ ਸਕਦਾ। ਦੈਟਸ ਵਾਈ ਆਪਣੇ ਕੋਲੇ ਕਿਹੜਾ ਸੋਲਿਊਸ਼ਨ ਮਿਲ ਜਾਂਦਾ, NO2 ਵਾਲਾ ਹੀ ਨਾਈਟ੍ਰੋ ਸੋਲਿਊਸ਼ਨ ਹੀ ਆਪਣੇ ਕੋਲੇ ਮਿਲ ਜਾਂਦਾ। ਆਪਾਂ ਨਾਈਟ੍ਰੋ ਐਲਕੇਨ ਇਹਨੂੰ ਕਹਿ ਸਕਦੇ ਹਾਂ, ਬਿਕੋਜ਼ ਆਪਾਂ ਨੂੰ R ਗਰੁੱਪਸ ਨਹੀਂ ਪਤਾ ਕੀ ਨੇ, ਤਾਂ ਇਹ ਨਾਈਟ੍ਰੋ ਐਲਕੇਨ ਹੈ। ਨਾਈਟ੍ਰੋ ਐਲਕੇਨਸ ਆਪਾਂ ਨੂੰ ਮਿਲ ਜਾਂਦੀਆਂ ਨੇ, ਠੀਕ ਹੈ। ਫਰਦਰ ਜਦੋਂ ਇਹਦੀ ਰਿਐਕਸ਼ਨ HONO ਦੇ ਨਾਲ ਹੀ ਨਹੀਂ ਹੋਏਗੀ ਤਾਂ ਆਪਾਂ ਨੂੰ ਕੀ ਪਤਾ, ਆਪਾਂ ਤਾਂ ਰਿਐਕਸ਼ਨ ਕਰਵਾ ਰਹੇ ਹਾਂ ਨਾ, ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਪ੍ਰਾਇਮਰੀ ਅਲਕੋਹਲ ਹੈ, ਸੈਕੰਡਰੀ ਹੈ, ਟਰਸ਼ਰੀ ਹੈ। ਤਾਂ ਆਪਾਂ ਨੂੰ ਨੈਕਸਟ ਸਟੈਪ ਤਾਂ ਕਰਨਾ ਪਊਗਾ ਨਾ। ਆਪਾਂ ਤਾਂ HONO ਨੂੰ ਪਾਤਾ ਸੋਲਿਊਸ਼ਨ ਦੇ ਵਿੱਚ, ਆਪਾਂ ਨੂੰ ਨਹੀਂ ਪਤਾ ਰਿਐਕਸ਼ਨ ਹੋਈ ਹੈ ਜਾਂ ਨਹੀਂ ਹੋਈ, ਆਪਾਂ ਨੂੰ ਨਹੀਂ ਪਤਾ ਨਾ ਰਿਐਕਸ਼ਨ ਹੋ ਗਈ ਜਾਂ ਨਹੀਂ ਹੋਈ। ਦੈਟਸ ਵਾਈ ਆਪਾਂ ਤਾਂ ਅੱਗੇ NOH ਵੀ ਐਡ ਕਰਾਂਗੇ। NOH ਜਦੋਂ ਆਪਾਂ ਐਡ ਕੀਤਾ ਤਾਂ ਆਪਣੇ ਕੋਲ ਜੋ ਸੋਲਿਊਸ਼ਨ ਉਹ ਕਲਰਲੈਸ ਹੀ ਰਹਿੰਦਾ। ਅਗਰ ਕਲਰਲੈਸ ਹੀ ਰਿਹਾ ਤਾਂ ਇਹਦਾ ਕੀ ਮਤਲਬ ਹੈ, ਟਰਸ਼ਰੀ ਹੈ।
ਇਹਦਾ ਮਤਲਬ ਆਏ ਨਹੀਂ ਕਿ ਆਪਾਂ HONO ਦੇ ਨਾਲ ਰਿਐਕਸ਼ਨ ਕਰਵਾਈਏ ਤਾਂ ਰਿਐਕਸ਼ਨ ਹੋਈ ਨਹੀਂ, ਆਪਾਂ ਨੂੰ ਨਹੀਂ ਪਤਾ ਕਿ ਰਿਐਕਸ਼ਨ ਨਹੀਂ ਹੋਈ, ਉਹ ਤਾਂ ਆਪਾਂ ਨੂੰ ਰਿਜ਼ਲਟਸ ਦੱਸ ਰਹੇ ਆ ਨਾ ਕਿ ਰਿਐਕਸ਼ਨ ਨਹੀਂ ਹੋਈ, ਦੈਟਸ ਵਾਈ ਕੋਈ ਕਲਰਡ ਸੋਲੂਸ਼ਨ ਆਪਣੇ ਕੋਲੇ ਨਹੀਂ ਬਣਿਆ। ਠੀਕ ਹੈ, ਬਟ ਜਦੋਂ ਆਪਾਂ ਪ੍ਰੈਕਟਿਸ ਕਰ ਰਹੇ ਹੋਵਾਂਗੇ, ਜਦੋਂ ਆਪਾਂ ਪ੍ਰੈਕਟੀਕਲ ਕਰ ਰਹੇ ਹੋਵਾਂਗੇ ਤਾਂ ਪ੍ਰੈਕਟੀਕੈਲਿਟੀ ਦੇ ਵਿੱਚ ਆਪਾਂ ਨੂੰ ਨਹੀਂ ਸ਼ੋ ਹੋਏਗਾ ਵੀ ਰਿਐਕਸ਼ਨ ਹੋਈ ਹੈ ਜਾਂ ਨਹੀਂ ਹੋਈ, ਆਪਾਂ ਨੂੰ ਤਾਂ ਸਾਰੇ ਸਟੈਪਸ ਹੀ ਫੋਲੋ ਕਰਨੇ ਪੈਣਗੇ। ਪਹਿਲਾਂ ਆਪਾਂ HI ਪਾਵਾਂਗੇ, ਆਪਾਂ ਨੂੰ ਨਹੀਂ ਪਤਾ ਕਿਹੜਾ ਸੋਲੂਸ਼ਨ ਬਣ ਗਿਆ, ਫਿਰ ਆਪਾਂ AgNO2 ਪਾਇਆ, ਆਪਾਂ ਨੂੰ ਨਹੀਂ ਪਤਾ ਕਿਹੜਾ ਸੋਲੂਸ਼ਨ ਬਣ ਗਿਆ, ਆਪਾਂ ਨੂੰ ਪ੍ਰੈਕਟੀਕਲ ਕਰਦੇ ਟਾਈਮ ਤਾਂ ਨਹੀਂ ਨਾ ਪਤਾ ਚੱਲਦਾ। ਇੱਥੇ ਜਦੋਂ ਆਪਾਂ ਰਿਐਕਸ਼ਨਸ ਕਰਦੇ ਹਾਂ, ਜਦੋਂ ਆਪਾਂ ਥਿਓਰੈਟੀਕਲੀ ਦੇਖਦੇ ਹਾਂ, ਦੈਨ ਆਪਾਂ ਨੂੰ ਪਤਾ ਚੱਲਦਾ ਕਿ ਕਿਹੜੇ ਸੋਲੂਸ਼ਨ ਬਣ ਰਹੇ ਨੇ। ਦੈਟਸ ਵਾਈ ਆਪਾਂ ਨੂੰ ਹਰ ਇੱਕ ਟਾਈਮ ਤੇ ਕੀ ਕਰਨਾ ਪਏਗਾ, ਚਾਰੇ ਸਟੈਪਸ ਪਰਫਾਰਮ ਕਰਨੇ ਪੈਣਗੇ। ਪਹਿਲਾਂ HI ਪਾਇਆ, ਫਿਰ ਆਪਾਂ AgNO2 ਪਾਇਆ, ਫਿਰ ਆਪਾਂ HONO ਪਾਇਆ, ਫਿਰ ਆਪਾਂ NaOH ਪਾਇਆ। ਦੈਨ ਉਸ ਤੋਂ ਬਾਅਦ ਦੇ ਵਿੱਚ ਗੱਲ ਆਉਂਦੀ ਹੈ, ਅਗਰ ਰੈੱਡ ਕਲਰ ਆਇਆ ਦੈਨ ਉਹ ਪ੍ਰਾਇਮਰੀ ਅਲਕੋਹਲ ਹੈ, ਅਗਰ ਬਲੂ ਕਲਰ ਦਾ ਆਇਆ ਦੈਨ ਉਹ ਸੈਕੰਡਰੀ ਅਲਕੋਹਲ ਹੈ, ਅਗਰ ਆਪਣੇ ਕੋਲੇ ਕਲਰਲੈਸ ਆਇਆ ਦੈਨ ਉਹ ਟਰਸ਼ਰੀ ਅਲਕੋਹਲ ਹੈ। ਕਲੀਅਰ ਹੈ? ਤਾਂ ਆਈ ਹੋਪ ਅੱਜ ਤੋਂ ਬਾਅਦ ਤੁਹਾਨੂੰ ਜੋ ਵਿਕਟਰ ਮੇਅਰ ਟੈਸਟ ਦੀ ਜੋ ਰਿਐਕਸ਼ਨ ਹੈ ਉਹ ਔਖੀ ਨਹੀਂ ਲੱਗੇਗੀ, ਹੈ ਨਾ। ਚਲੋ ਨੈਕਸਟ ਆਪਾਂ ਦੇਖਦੇ ਹਾਂ ਕਿ ਰਿਜ਼ਲਟ ਆਪਣੇ ਕੋਲੇ ਕੀ ਆਉਂਦੇ ਨੇ। ਰਿਜ਼ਲਟ ਜੋ ਹੈ ਨਾ ਬੇਟਾ, ਇੱਕ ਛੋਟੀ ਜਿਹੀ ਟ੍ਰਿਕ ਹੈ ਜਿਹਦੇ ਨਾਲ ਆਪਾਂ ਯਾਦ ਕਰ ਸਕਦੇ ਹਾਂ, ਦੈਟ ਇਜ਼ RBC ਸੈੱਲ ਹੁੰਦੇ ਨਾ, ਰੈੱਡ ਬਲੱਡ ਸੈੱਲਸ, ਉਹਦੇ ਤੋਂ ਆਪਾਂ ਯਾਦ ਕਰ ਸਕਦੇ ਹਾਂ। R ਮਤਲਬ ਰੈੱਡ, B ਮਤਲਬ ਬਲੂ, C ਮਤਲਬ ਕਲਰਲੈਸ। ਅਗਰ ਰੈੱਡ ਕਲਰ ਹੈ ਕਦੋਂ ਹੈ? ਪ੍ਰਾਇਮਰੀ ਦੇ ਟਾਈਮ ਤੇ। ਬਲੂ ਕਦੋਂ ਹੈ? B ਕਦੋਂ ਹੈ? ਸੈਕੰਡਰੀ ਦੇ ਟਾਈਮ ਤੇ। ਟਰਸ਼ਰੀ ਕਦੋਂ ਹੈ? ਟਰਸ਼ਰੀ ਦੇ ਟਾਈਮ ਤੇ ਕੀ ਹੈ? ਕਲਰਲੈਸ। ਤਾਂ RBC ਤੋਂ ਆਪਾਂ ਯਾਦ ਕਰ ਸਕਦੇ ਹਾਂ। ਤਾਂ ਪ੍ਰਾਇਮਰੀ ਅਲਕੋਹਲ ਵੇਲੇ ਆਪਣੇ ਕੋਲੇ ਕੀ ਬਣਦਾ? ਨਾਈਟ੍ਰੋਲਿਕ ਐਸਿਡ ਬਣਦਾ ਐਂਡ ਰੈੱਡ ਕਲਰ ਦਾ ਸੋਲਿਊਸ਼ਨ ਬਣ ਜਾਂਦਾ ਆਫਟਰ ਟ੍ਰੀਟਡ ਵਿਦ NaOH। ਸੈਕੰਡਰੀ ਅਲਕੋਹਲ ਦੇ ਟਾਈਮ ਤੇ ਆਪਣੇ ਕੋਲ ਸਿਊਡੋ ਨਾਈਟ੍ਰੋਲ ਬਣਦਾ ਤੇ ਆਪਣੇ ਕੋਲ ਬਲੂ ਕਲਰ ਦਾ ਸੋਲਿਊਸ਼ਨ ਸ਼ੋ ਹੁੰਦਾ, ਠੀਕ ਹੈ, ਆਫਟਰ ਟ੍ਰੀਟਡ ਵਿਦ NaOH ਔਰ KOH। ਟਰਸ਼ਰੀ ਅਲਕੋਹਲ ਦੇ ਟਾਈਮ ਤੇ ਆਪਾਂ ਜਦੋਂ HONO ਦੇ ਨਾਲ ਰਿਐਕਸ਼ਨ ਕਰਦੇ ਉਹ ਰਿਐਕਟ ਨਹੀਂ ਕਰਦਾ, ਦੈਟਸ ਵਾਈ ਆਪਾਂ ਨੂੰ ਕੀ ਮਿਲਦਾ? ਨਾਈਟ੍ਰੋ ਐਲਕੇਨਸ। ਠੀਕ ਹੈ, ਆਪਾਂ ਇਹ ਨਹੀਂ ਕਹਿਣਾ ਕਿ ਆਪਾਂ ਨੂੰ ਕੁਝ ਨਹੀਂ ਮਿਲਦਾ ਹੈ, ਨਾਈਟ੍ਰੋ ਐਲਕੇਨਸ ਤੇ ਹੀ ਉਹ ਰੁਕ ਜਾਂਦੀ ਹੈ ਰਿਐਕਸ਼ਨ। ਤੇ ਜਦੋਂ ਆਪਾਂ NaOH ਤੇ KOH ਦੇ ਨਾਲ ਰਿਐਕਸ਼ਨ ਕਰਦੇ ਹਾਂ ਤਾਂ ਆਪਣੇ ਕੋਲੇ ਸੋਲਿਊਸ਼ਨ ਕੀ ਬਣਦਾ? ਕਲਰਲੈਸ, ਕੋਈ ਕਲਰ ਆਪਾਂ ਨੂੰ ਸ਼ੋ ਨਹੀਂ ਹੁੰਦਾ। ਕਲੀਅਰ ਹੈ ਬੇਟਾ? ਆਈ ਹੋਪ ਤੁਹਾਨੂੰ ਵਿਕਟਰ ਮੇਅਰ ਟੈਸਟ ਐਂਡ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਦੈਨ ਫਿਰ ਆਪਾਂ ਬੇਟਾ ਕਰਦੇ ਹਾਂ ਕੁਝ ਮਲਟੀਪਲ ਚੋਇਸ ਕੁਐਸਚਨਸ ਜੋ ਐਗਜ਼ਾਮਸ ਦੇ ਵਿੱਚ ਆਉਂਦੇ ਆ। ਫਸਟ ਆਪਣੇ ਕੋਲੇ ਕੀ ਹੈ ਕਿ ਵਿਕਟਰ ਮੇਅਰ ਟੈਸਟ ਇਜ਼ ਯੂਜ਼ਡ ਫॉर द डिस्टिंग्विशिंग ऑफ, ਚਾਰ ਆਪਸ਼ਨਸ ਨੇ, ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ, ਐਲਕੋਹਲਸ ਐਂਡ ਫਿਨੋਲਸ, ਐਲਡੀਹਾਈਡ ਐਂਡ ਕੀਟੋਨ ਐਂਡ ਨਨ ਆਫ ਦਿਸ। ਕਿਹਦੀ ਡਿਸਟਿੰਗੁਇਸ਼ਿੰਗ ਆਪਾਂ ਯੂਜ਼ ਕਰਦੇ ਹਾਂ ਬੇਟਾ? ਇਹ ਆਪਸ਼ਨ A, ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲ। ਸੈਕਿੰਡ ਕੁਐਸਚਨ ਹੈ, ਇਨ ਵਿਕਟਰ ਮੇਅਰ ਟੈਸਟ ਦੀ ਕਲਰ ਗਿਵਨ ਬਾय ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਅਲਕੋਹਲਸ ਆਰ ਰਿਸਪੈਕਟਿਵਲੀ। ਕਿਹੜਾ ਕਲਰ ਇਹ ਸ਼ੋ ਕਰਦੇ ਨੇ? RBC, ਰੈੱਡ, ਬਲੂ, ਕਲਰਲੈਸ। ਤਾਂ ਕਿਹੜੀ ਆਪਸ਼ਨ ਆ? ਉਹ ਵੀ ਆਪਸ਼ਨ A, ਰੈੱਡ, ਬਲੂ ਐਂਡ ਕਲਰਲੈਸ। ਠੀਕ ਹੈ, ਨੈਕਸਟ ਆਪਣੇ ਕੋਲੇ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਗੇਵ ਰੈੱਡ ਕਲਰ ਇਨ ਵਿਕਟਰ ਮੇਅਰ ਟੈਸਟ। ਹੁਣ ਆਪਣੇ ਕੋਲੇ ਜਸਟ ਆਈ ਨਹੀਂ ਪੁੱਛਿਆ ਕਿ ਪ੍ਰਾਇਮਰੀ ਹੈ, ਸੈਕੰਡਰੀ ਐਂਡ ਟਰਸ਼ਰੀ, ਆਪਾਂ ਨੂੰ ਆਈ ਨਹੀਂ ਲਿਖ ਕੇ ਦਿੱਤਾ, ਆਪਾਂ ਨੂੰ ਮੋਲੀਕਿਊਲਸ ਦਿੱਤੇ ਨੇ। ਮੋਸਟ ਪ੍ਰੋਬੈਬਲੀ ਜੋ ਚਾਂਸ ਹੈਗਾ ਪੁੱਛਣ ਦਾ ਉਹ ਕਿਹਦੇ ਨਾਲ ਹੈ? ਮੋਲੀਕਿਊਲਸ ਦੇ ਨਾਲ ਹੀ ਹੈ ਬੇਟਾ, ਕਿ ਮੋਲੀਕਿਊਲਸ ਦੇ ਨਾਲ ਹੀ ਆਪਣੇ ਤੋਂ ਪੁੱਛਣਗੇ ਕਿ ਇਹ ਕਿਹੜਾ ਕਲਰ ਸ਼ੋ ਕਰੇਗਾ, ਰੈੱਡ ਕਲਰ ਕਿਹੜੇ ਮੋਲੀਕਿਊਲਸ ਸ਼ੋ ਕਰੇਗਾ। ਠੀਕ ਹੈ, ਤਾਂ ਹੁਣ ਆਪਣੇ ਕੋਲ ਇੱਥੇ ਕੀ ਹੈ? ਜੋ ਫਸਟ ਹੈ ਆਪਾਂ ਇਹਨਾਂ ਨੂੰ ਖੋਲ ਕੇ ਬਣਾਵਾਂਗੇ, ਬਣਾ ਕੇ ਦੇਖਾਂਗੇ। ਫਸਟ ਇਹ ਕਿਵੇਂ ਬਣਾ ਸਕਦੇ ਹਾਂ ਆਪਾਂ? CH3 CH2 OH। ਪ੍ਰਾਇਮਰੀ ਹੈ ਤਾਂ ਇਹੀ ਹੋਏਗਾ। ਠੀਕ ਹੈ, ਆਪਾਂ ਬਾਕੀ ਵੀ ਆਪਸ਼ਨਸ ਟਰਾਈ ਕਰ ਲੈਂਦੇ ਹਾਂ। ਸੈਕਿੰਡ ਵਾਲਾ ਅਗਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਆਪਣੇ ਕੋਲੇ ਕੀ ਹੈ? ਕਾਰਬਨ ਦੇ ਨਾਲ OH ਲੱਗਿਆ ਹੋਇਆ, ਇੱਕ ਹਾਈਡਰੋਜਨ ਲੱਗਿਆ ਹੋਇਆ, ਦੋ ਕੀ ਲੱਗੇ ਹੋਏ ਹੈ? CH3 ਗਰੁੱਪਸ। ਠੀਕ ਹੈ, ਦੈਟਸ ਵਾਈ ਇਹ ਕਿਹੜੀ ਅਲਕੋਹਲ ਹੈ ਆਪਣੇ ਕੋਲੇ? ਸੈਕੰਡਰੀ ਅਲਕੋਹਲ, ਬਿਕੋਜ਼ ਇਹਦੇ ਨਾਲ ਦੋ ਐਲਕਾਈਲ ਗਰੁੱਪਸ ਅਟੈਚਡ ਨੇ, ਇਸ ਕਾਰਬਨ ਦੇ ਨਾਲ ਤਿੰਨ ਐਲਕਾਈਲ ਗਰੁੱਪਸ ਅਟੈਚਡ ਨੇ, ਦੈਟਸ ਵਾਈ ਇਹ ਕੀ ਹੈ? ਟਰਸ਼ਰੀ ਅਲਕੋਹਲ। ਤਾਂ ਇਹਦਾ ਆਪਸ਼ਨ ਵੀ ਕੀ ਆਏਗਾ ਬੇਟਾ? ਆਪਸ਼ਨ A। ਠੀਕ ਹੈ, ਆਪਸ਼ਨ A ਰੈੱਡ ਕਲਰ ਦੇਗਾ ਬਿਕੋਜ਼ ਇਹ ਕੀ ਹੈ? ਪ੍ਰਾਇਮਰੀ ਅਲਕੋਹਲ। ਨੈਕਸਟ ਹੈ, ਇਨ ਵਿਕਟਰ ਮੇਅਰ ਟੈਸਟ ਦੀ ਕੰਪਾਊਂਡ ਡੂ ਵੀ ਗੈਟ ਫਰੋਮ ਪ੍ਰਾਇਮਰੀ ਅਲਕੋਹਲ। ਪ੍ਰਾਇਮਰੀ ਅਲਕੋਹਲ ਤੋਂ ਆਪਾਂ ਨੂੰ ਕਿਹੜਾ ਕੰਪਾਊਂਡ ਮਿਲਦਾ? ਨਾਈਟ੍ਰੋ ਐਲਕੇਨਸ ਮਿਲਦੀਆਂ ਨੇ, ਨਾਈਟ੍ਰੋਲਿਕ ਐਸਿਡ ਮਿਲਦਾ ਜਾਂ ਸਿਊਡੋ ਨਾਈਟ੍ਰੋਲ ਮਿਲਦਾ। ਯਾਦ ਹੋ ਕਰੋ
ਆਪਣੇ ਕੋਲੇ ਕੀ ਹੁੰਦਾ ਟਰਸ਼ਰੀ ਦੇ ਟਾਈਮ ਤੇ ਤਾਂ HONO ਨਾਲ ਰਿਐਕਟ ਨਹੀਂ ਕਰਦਾ, ਦੈਟਸ ਵਾਈ ਉਹ ਨਾਈਟ੍ਰੋ ਐਲਕੇਨ ਤੇ ਹੀ ਖਤਮ ਹੋ ਜਾਂਦਾ। ਤਾਂ ਨਾਈਟ੍ਰੋ ਐਲਕੇਨ ਕਿਹੜੀ ਦੀ ਹੁੰਦੀ ਹੈ ਆਪਣੇ ਕੋਲ ਟਰਸ਼ਰੀ ਲਈ, ਠੀਕ ਹੈ। ਸਿਊਡੋ ਨਾਈਟ੍ਰੋਲ ਕਦੋਂ ਬਣਦਾ ਹੁੰਦਾ ਹੈ ਸੈਕੰਡਰੀ ਦੇ ਟਾਈਮ ਤੇ, ਐਂਡ ਨਾਈਟ੍ਰੋਲਿਕ ਐਸਿਡ ਕਦੋਂ ਬਣਦਾ ਹੁੰਦਾ ਪ੍ਰਾਇਮਰੀ ਦੇ ਟਾਈਮ ਤੇ। ਤਾਂ ਇਹਦੀ ਰਾਈਟ ਆਪਸ਼ਨ ਕੀ ਹੈ ਆਪਸ਼ਨ ਬੀ। ਕਲੀਅਰ ਹੈ ਬੇਟਾ। ਚਲੋ ਹੁਣ ਆਪਾਂ ਕਰਦੇ ਹਾਂ ਲਾਸਟ ਕੁਐਸਚਨ ਆਪਣਾ। ਲਾਸਟ ਕੁਐਸਚਨ ਹੈ ਆਈਡੈਂਟੀਫਾਈ Z ਇਨ ਦੀ ਫੋਲੋਇੰਗ ਇਕੁਏਸ਼ਨ। ਥੋੜਾ ਜਿਹਾ ਟਿਪੀਕਲ ਕੁਐਸਚਨ ਹੈ ਬਟ ਈਜ਼ੀ ਹੈ, ਕੁਛ ਨਹੀਂ ਹੈਗਾ। ਆਪਾਂ ਕਈ ਵਾਰੀ ਦੇਖ ਕੇ ਡਰ ਜਾਂਦੇ ਹਾਂ ਵੀ ਇਹ ਕੀ ਚੀਜ਼ ਹੈ, ਆਪਾਂ ਨੂੰ ਤਾਂ ਸ਼ੋ ਨਹੀਂ ਹੋ ਰਿਹਾ, ਆਪਾਂ ਨੂੰ ਪਤਾ ਨਹੀਂ, ਆਪਾਂ ਨੂੰ ਇਸ ਤਰੀਕੇ ਨਾਲ ਕਰਵਾਇਆ ਹੀ ਨਹੀਂ ਟੀਚਰ ਨੇ, ਹੈ ਨਾ। ਬਟ ਆਪਾਂ ਰਿਐਕਸ਼ਨ ਕੀਤੀ ਹੋਈ ਹੈ ਬੇਟਾ, ਉਹੀ ਹੈ। ਕੀ ਪੁੱਛਿਆ ਇਹਨਾਂ ਨੇ, ਦੇਖੋ ਸਟੈਪਸ ਦੇਖੋ। ਪਹਿਲਾਂ ਕੀ ਹੈ P+I2, P+I2 ਕੀ ਹੁੰਦਾ ਇੱਕ ਤਰੀਕੇ ਨਾਲ HI ਦਾ ਕੰਮ ਹੀ ਕਰਦਾ ਹੈ, ਇਹ ਮੈਂ ਤੁਹਾਨੂੰ ਦੱਸਿਆ ਸੀ। ਫਿਰ ਆਪਾਂ ਕੀ ਪਾਇਆ AgNO2, ਠੀਕ ਹੈ। ਥਰਡ ਦੇ ਵਿੱਚ ਕੀ ਪਾਇਆ HONO, ਠੀਕ ਹੈ। ਤਾਂ ਕੀ ਹੋਇਆ ਇਹ ਆਪਣੇ ਕੋਲੇ, ਕੀ ਬਣਿਆ ਇਹ ਆਪਣੇ ਕੋਲੇ ਕੀ ਹੈ ਵਿਕਟਰ ਮੇਅਰ ਟੈਸਟ ਦੀ ਰਿਐਕਸ਼ਨ ਹੈ। ਉਹਦੇ ਵਿੱਚ ਹੀ ਆਪਾਂ ਇਹ ਤਿੰਨੋਂ ਸਟੈਪ ਕੰਟੀਨਿਊ ਕਰਦੇ ਹਾਂ। ਤਾਂ ਆਪਣੇ ਕੋਲੇ ਰਿਐਕਸ਼ਨ 'ਚ ਦੇਖੋ ਪਹਿਲਾਂ ਜਿਹੜਾ ਕੰਪਾਊਂਡ ਹੈ ਉਹ ਕਿਹੜਾ ਹੈ ਸੈਕੰਡਰੀ ਕੰਪਾਊਂਡ ਹੈ CH3 ਟਵਾਈਸ CHOH। ਜਦੋਂ ਇਹ ਰਿਐਕਟ ਕਰੇਗਾ ਪਹਿਲਾਂ OH ਦੀ ਜਗ੍ਹਾ ਤੇ ਆਪਣੇ ਕੋਲੇ ਕੀ ਲੱਗ ਜਾਏਗਾ I। ਫਿਰ ਜਦੋਂ ਰਿਐਕਟ ਕਰੇਗਾ AgNO2 ਦੇ ਨਾਲ ਤਾਂ NO2 ਲੱਗ ਜਾਏਗਾ I ਦੀ ਜਗ੍ਹਾ ਤੇ। ਮਤਲਬ ਆਪਣੇ ਕੋਲ ਜੋ Y ਕੰਪਲੈਕਸ ਹੈ ਉਹ ਕੀ ਬਣੇਗਾ CH3 ਟਵਾਈਸ CHNO2। ਇਹ ਆਪਣੇ ਕੋਲੇ ਕੀ ਬਣਿਆ Y ਕੰਪਲੈਕਸ। ਫਿਰ ਆਪਾਂ Z ਦੇਖਣਾ। Z ਦੇ ਵਿੱਚ ਆਪਾਂ ਕੀ ਕੀਤਾ HONO ਦੇ ਨਾਲ ਰਿਐਕਸ਼ਨ ਕਰਵਾਈ। ਜਦੋਂ ਆਪਾਂ ਇਸ ਕੰਪਾਊਂਡ ਦੀ HONO ਦੇ ਨਾਲ ਰਿਐਕਸ਼ਨ ਕਰਵਾਵਾਂਗੇ ਤਾਂ ਤੁਸੀਂ ਦੇਖੋ ਕਿ ਕਿਹੜਾ ਕੰਪਾਊਂਡ ਬਣੇਗਾ। ਕਾਪੀ ਚੱਕੋ, ਪੈਨ ਚੱਕੋ, ਕੀ ਕਰਨਾ ਹੈ ਰਿਐਕਸ਼ਨ ਨੂੰ ਲਿਖੋ। ਰਿਐਕਸ਼ਨ ਨੂੰ ਲਿਖ ਕੇ ਦੇਖੋ ਆਪਣੇ ਕੋਲੇ ਕਿਹੜਾ ਕੁਐਸਚਨ, ਕਿਹੜਾ ਆਪਸ਼ਨ ਇਸ ਤੋਂ ਸਹੀ ਹੋਏਗਾ। ਇਹ ਤੁਹਾਡੇ ਲਈ ਹੋਮਵਰਕ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਇਸ ਵੀਡੀਓ ਦੇ ਵਿੱਚੋਂ ਕੀ ਸਿੱਖਿਆ, ਠੀਕ ਹੈ। ਮੈਂ ਤੁਹਾਨੂੰ ਆਨਸਰ ਜੋ ਇਹਦਾ ਉਹ ਨਹੀਂ ਦੱਸਾਂਗੀ, ਉਹ ਤੁਸੀਂ ਆਪਣੇ ਆਪ ਦੇਖੋਗੇ ਕਿ ਇਹਦਾ ਆਨਸਰ ਕੀ ਹੋਏਗਾ। ਕਲੀਅਰ ਹੈ, ਬਿਕੋਜ਼ ਦਿਸ ਇਜ਼ ਯੋਰ ਹੋਮਵਰਕ। ਹੋਮਵਰਕ ਵੀ ਤਾਂ ਮਿਲਣਾ ਜ਼ਰੂਰੀ ਹੈ, ਫੇਰ ਹੀ ਆਪਾਂ ਟਰਾਈ ਕਰਕੇ ਦੇਖਦੇ ਹਾਂ, ਵਰਨਾ ਆਪਾਂ ਟਰਾਈ ਹੀ ਨਹੀਂ ਕਰਦੇ। ਠੀਕ ਹੈ ਬੇਟਾ। ਤਾਂ ਆਈ ਹੋਪ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਏਗਾ, ਤੁਹਾਨੂੰ ਸਭ ਕੁਝ ਕਲੀਅਰ ਹੋ ਗਿਆ ਹੋਏਗਾ ਅਬਾਊਟ ਵਿਕਟਰ ਮੇਅਰ ਟੈਸਟ। Okay, thanks for watching me. Okay, and all the best for your exam and competitive exams. Thanks and have a nice day.